ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਰੇਡੀਓ ਪੰਜਾਬ ਟੂਡੇ ਤੁਸੀਂ ਟਿਊਨ ਕੀਤਾ ਹੋਇਆ ਅਤੇ ਸਾਡੇ ਨਾਲ ਨੇ ਇਸ ਵਕਤ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ, ਸੀਨੀਅਰ ਜਰਨਲਿਸਟ, ਅਤੇ ਗੱਲ ਕਰਦੇ ਹਾਂ ਢਿੱਲੋਂ ਸਾਹਿਬ ਨਾਲ। ਢਿੱਲੋਂ ਸਾਹਿਬ ਸਵਾਗਤ ਹੈ ਜੀ। ਸ਼ੁਕਰੀਆ, ਮਿਹਰਬਾਨੀ ਦਲਵੀਰ ਜੀ। ਢਿੱਲੋਂ ਸਾਹਿਬ, ਮੁਜ਼ੱਫਰਨਗਰ ਚਰਚਾ 'ਚ ਆ, ਕਿਸਾਨ ਅੰਦੋਲਨ ਚਰਚਾ 'ਚ ਆ, ਮਹਾਪੰਚਾਇਤ ਚਰਚਾ 'ਚ ਆ, ਕਿਵੇਂ ਰਹੀ ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ, ਕੀ ਕਹਿਣਾ ਚਾਹੋਗੇ? ਦਲਵੀਰ ਜੀ, ਇਹਨੂੰ ਵੱਖ-ਵੱਖ ਪੱਖਾਂ ਤੋਂ ਦੇਖਣਾ ਪੈਣਾ ਹੈ ਜੀ। ਕਿਸਾਨ ਅੰਦੋਲਨ ਚੱਲਦੇ ਨੂੰ ਲਗਭਗ 1 ਸਾਲ ਹੋ ਗਿਆ। ਜੂਨ 2020 ਦੇ ਵਿੱਚ 3 ਜਿਹੜੇ ਹੈਗੇ ਆ ਖੇਤੀ ਨਾਲ ਸੰਬੰਧਿਤ ਆਰਡੀਨੈਂਸ ਲਿਆਂਦੇ ਗਏ ਸੀ, ਜਿਨ੍ਹਾਂ ਆਰਡੀਨੈਂਸਾਂ ਨੂੰ ਬਾਅਦ ਦੇ ਵਿੱਚ ਕਾਨੂੰਨ ਦੀ ਸ਼ਕਲ ਦੇ ਵਿੱਚ ਭਾਰਤ ਸਰਕਾਰ ਨੇ ਭਾਰਤ ਦੀ ਪਾਰਲੀਮੈਂਟ ਤੋਂ ਪ੍ਰਵਾਨ ਕਰਵਾ ਲਿਆ ਸੀ। ਪਾਰਲੀਮੈਂਟ ਤੋਂ ਪ੍ਰਵਾਨ ਕਰਵਾਉਣ ਦਾ ਵੀ ਤਰੀਕਾਕਾਰ ਬੜਾ ਅਜੀਬ ਸੀ। ਲੋਕ ਸਭਾ ਦੇ ਵਿੱਚ ਬਹੁ ਗਿਣਤੀ ਸੀ, ਪਾਸ ਕਰਵਾ ਲਿਆ, ਲੇਕਿਨ ਰਾਜ ਸਭਾ ਦੇ ਵਿੱਚ ਬਹੁ ਗਿਣਤੀ ਨਹੀਂ ਸੀ। ਰਾਜ ਸਭਾ ਦੇ ਵਿੱਚ ਡਿਮਾਂਡ ਕੀਤੀ ਗਈ ਸੀ ਕਿ ਵੋਟਾਂ ਦੀ ਡਿਵੀਜ਼ਨ ਕਰਵਾਈ ਜਾਵੇ, ਲੇਕਿਨ ਨਹੀਂ ਸੀ ਕਰਵਾਈ ਗਈ। ਜੀ। ਕਾਰਨ ਕੀ ਸੀ? ਸਰਕਾਰ ਨੂੰ ਪਤਾ ਸੀ ਇੱਥੇ ਹਾਰ ਜਾਵਾਂਗੇ। ਸੋ ਕੁੱਲ ਮਿਲਾ ਕੇ ਦੇਖੀਏ ਆਪਾਂ ਤਾਂ ਧੱਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਕਚੂਮਰ ਕੱਢਣ ਵਾਸਤੇ 3 ਖੇਤੀ ਕਾਨੂੰਨ ਲਿਆਂਦੇ ਗਏ ਹੈ। ਔਰ ਜੇ ਆਪਾਂ ਦੇਖੀਏ ਇਹਨੂੰ ਵੱਡੇ ਸੰਦਰਭ ਦੇ ਵਿੱਚ ਕੰਸਟੀਟਿਊਸ਼ਨ ਦੇ ਲਿਹਾਜ਼ ਨਾਲ ਦੇਖੀਏ ਤਾਂ ਭਾਰਤ ਦੇ ਕੰਸਟੀਟਿਊਸ਼ਨ ਦੇ ਮੁਤਾਬਕ ਰਾਜਾਂ ਨੂੰ ਜਿਹੜੇ ਇਖਤਿਆਰਾਤ ਦਿੱਤੇ ਹੋਏ ਆ ਉਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਜੀ। ਖੇਤੀਬਾੜੀ ਸੈਕਟਰ ਜਿਹੜਾ ਹੈਗਾ ਉਹ ਰਾਜਾਂ ਦੇ ਵਿਸ਼ੇ ਦੇ ਵਿੱਚ ਆਉਂਦਾ ਹੈ, ਕੇਂਦਰ ਸਰਕਾਰ ਦੇ ਵਿਸ਼ੇ ਦੇ ਵਿੱਚ ਨਹੀਂ ਆਉਂਦਾ। ਲੇਕਿਨ ਕੇਂਦਰ ਸਰਕਾਰ ਨੇ ਕਮਰਸ ਦੇ ਵਿੱਚ ਲਿਆ ਕੇ ਇਹ ਕਾਨੂੰਨ ਜਿਹੜੇ ਬਣਾ ਦਿੱਤੇ, ਕਿਉਂਕਿ ਜਿਹੜੀ ਖੇਤੀ ਦੀ ਉਪਜ ਹੈ ਉਹ ਕਣਕ ਪੈਦਾ ਕਰਦੇ ਹਾਂ ਅਸੀਂ, ਉਹ ਬੀਜ ਦੇ ਰੂਪ ਵਿੱਚ ਹੈ। ਜੀ। ਜੇ ਅਸੀਂ ਝੋਨਾ ਪੈਦਾ ਕਰਦੇ ਹਾਂ ਉਹ ਬੀਜ ਦੇ ਰੂਪ ਦੇ ਵਿੱਚ ਹੈ, ਉਹ ਆਟੇ ਦੇ ਰੂਪ ਦੇ ਵਿੱਚ ਨਹੀਂ ਹੈ। ਜੀ। ਨਾ ਉਹ ਜਿਹੜਾ ਹੈਗਾ ਬਣੇ ਹੋਏ ਖਾਣੇ ਦੇ ਰੂਪ ਦੇ ਵਿੱਚ ਹੈ। ਕਮਰਸ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਆ ਸਕਦੀਆਂ ਜੀ, ਜਦੋਂ ਤੁਸੀਂ ਉਹਨੂੰ ਬਾਹਰ ਅਗਲਾ ਰੂਪ ਉਹਨੂੰ ਦਿੰਦੇ ਹੋ, ਲੇਕਿਨ ਜਿਹੜਾ ਪਹਿਲਾ ਰੂਪ ਹੈ ਉਹ ਪਹਿਲਾ ਰੂਪ ਖੇਤੀ ਨਾਲ ਸੰਬੰਧਿਤ ਹੈ। ਸੋ ਇਹਨੂੰ ਜਿਹੜਾ ਹੈਗਾ ਜਿਸ ਢੰਗ ਦੇ ਨਾਲ ਉਹਨੇ ਪਾਸ ਕਰਵਾਇਆ, ਇਹਦਾ ਵਿਰੋਧ ਉਸ ਵੇਲੇ ਤੋਂ ਹੋ ਰਿਹਾ 2020 ਤੋਂ, ਜੂਨ 2020 ਤੋਂ। ਜੀ। ਪੰਜਾਬ ਦੇ ਕਿਸਾਨ ਜਿਹੜੇ ਹੈਗੇ ਆ ਉਹ ਲੜਾਈ, ਸਭ ਤੋਂ ਪਹਿਲਾਂ ਲੜਾਈ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਆਪਣੇ ਬਾਕੀ ਮਤਭੇਦਾਂ ਨੂੰ ਬਰਕਰਾਰ ਰੱਖਦੇ ਆ ਕਿ ਸਾਡੇ ਜਿਹੜੇ ਮਤਭੇਦ ਆ ਉਹ ਆਪਦੀ ਥਾਂ 'ਤੇ ਆ, ਲੇਕਿਨ ਸਾਡੀ ਹੋਂਦ ਦਾ ਸਵਾਲ ਹੈ। ਹੋਂਦ ਨੂੰ ਬਚਾਉਣ ਵਾਸਤੇ ਉਹਨਾਂ ਨੇ ਇੱਥੇ ਜੱਦੋਜਹਿਦ ਸ਼ੁਰੂ ਕੀਤੀ ਸੀ, ਔਰ ਇਹ ਜੱਦੋਜਹਿਦ ਫਿਰ ਜਿਹੜੀ ਹੈਗੀ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਸ 'ਤੇ ਚਲੀ ਗਈ। ਜੀ। ਤੁਹਾਨੂੰ ਪਤਾ ਵੀ ਜਦੋਂ ਕੋਈ ਅੰਦੋਲਨ ਲੰਬਾ ਹੋ ਜੇ ਅਤੇ ਉਸ ਅੰਦੋਲਨ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਹੈ। ਲੰਬੇ ਅੰਦੋਲਨ ਦੇ ਦੌਰਾਨ ਕਿਉਂਕਿ ਕਿਸਾਨ ਉੱਥੇ ਬੈਠੇ ਆ, ਕਿਸਾਨ ਜਦੋਂ ਤੁਰੇ ਸੀ ਜੀ, ਉਦੋਂ ਕਿਸਾਨਾਂ ਨੇ ਕਹਿਤਾ ਸੀ ਕਿ ਵਾਪਸ ਉਦੋਂ ਮੁੜਾਂਗੇ ਜਦੋਂ ਖੇਤੀ ਕਾਨੂੰਨ ਰੱਦ ਕਰਵਾਤੇ ਅਤੇ ਜਾਂ ਸਾਡੀਆਂ ਲਾਸ਼ਾਂ ਮੁੜਨੀਆਂ। ਜੀ। ਲਗਭਗ 600 ਦੇ ਕਰੀਬ ਕਿਸਾਨ ਜਿਹੜੇ ਹੈ ਉਹ ਲਾਸ਼ਾਂ ਦੇ ਰੂਪ ਦੇ ਵਿੱਚ ਵਾਪਸ ਆ ਗਏ। ਜੀ। ਉਹਨਾਂ ਦੇ ਸੰਸਕਾਰ ਵਗੈਰਾ ਵੀ ਹੋ ਚੁੱਕੇ ਹੈ, ਲੇਕਿਨ ਬਾਕੀ ਉੱਥੇ ਬੈਠੇ ਹਾਂ ਗਾਹੇ ਵਗਾਹੇ ਆਪਣੀਆਂ ਫਸਲਾਂ ਨੂੰ ਸਾਂਭਣ ਵਾਸਤੇ, ਨਵੀਆਂ ਫਸਲਾਂ ਦੀ ਬੀਜ ਬਿਜਾਈ ਵਾਸਤੇ ਕਿਸਾਨ ਆਉਂਦੇ ਹੈ। ਅਤੇ ਜਦੋਂ ਥੋੜ੍ਹੀ ਜਿਹੀ ਗਿਣਤੀ ਘੱਟ ਜਾਂਦੀ ਹੈ, ਫਿਰ ਭਾਰਤ ਸਰਕਾਰ ਅਤੇ ਗੋਦੀ ਮੀਡੀਆ, ਖਾਸ ਕਰਕੇ ਮੈਂ ਗੋਦੀ ਮੀਡੀਆ ਨੂੰ ਗੁਲਾਮ ਮੀਡੀਆ ਕਹਿਣਾ ਹੁੰਦਾ, ਕਿਉਂਕਿ ਇਹ ਗੁਲਾਮ ਹੈ ਕੇਂਦਰ ਸਰਕਾਰ ਦੇ ਕੋਲੇ, ਕਾਰਪੋਰੇਟ ਘਰਾਣੇ ਦੇ ਗੁਲਾਮ ਹੈਗੀ। ਔਰ ਉਹ ਇਸ ਗੱਲ ਦੇ ਉੱਤੇ ਜੀ ਕਿਸਾਨ ਅੰਦੋਲਨ ਉੱਜੜ ਗਿਆ ਜੀ, ਕਿਸਾਨ ਅੰਦੋਲਨ ਗਿਆ ਜੀ, ਘਟ ਗਏ ਜੀ, ਇੱਥੇ ਟਿਆਂ ਪਏ ਕਰਦੇ ਆ ਜਿਹੜੇ ਹੈਗੇ ਐਂਕਰ। ਤੁਸੀਂ ਦੇਖੋ ਵੀ ਡਿਬੇਟਾਂ ਦੇ ਵਿੱਚ ਗਿਆ ਜੀ, ਕਿਸਾਨ ਅੰਦੋਲਨ ਦਾ ਤਾਂ ਬਣਦਾ ਹੀ ਕੱਖ ਨਹੀਂ। ਜੀ। ਹੁਣ ਵੀ ਤੁਸੀਂ ਦੇਖੋ ਕਿ ਜਦੋਂ ਕਿਸਾਨ ਅੰਦੋਲਨ ਕੱਲ੍ਹ ਆਪਣੀ ਚਰਮ ਸੀਮਾ 'ਤੇ ਸੀ, ਉਦੋਂ ਵੀ ਯੂਪੀ ਦੇ ਡਿਪਟੀ ਮੁੱਖ ਮੰਤਰੀ ਹੈ ਮਿਸਟਰ ਕੇਸ਼ਵ ਪ੍ਰਸਾਦ ਮੌਰੀਆ, ਜੀ, ਅਤੇ ਕੇਸ਼ਵ ਪ੍ਰਸਾਦ ਮੌਰੀਆ ਨੇ ਵੀ ਕਿਹਾ ਕਿਹੜਾ ਕਿਸਾਨ ਅੰਦੋਲਨ, ਕਿਆ ਚੀਜ਼ ਹੈ ਇਹ ਕਿਸਾਨ ਅੰਦੋਲਨ। ਤਾਂ ਕਹਿੰਦੇ ਉਸੇ ਤਰ੍ਹਾਂ ਉੱਡ ਜਾਣਾ ਜਿਵੇਂ ਸ਼ਾਹੀਨ ਬਾਗ ਵਾਲਾ ਮੋਰਚਾ ਉੱਡ ਗਿਆ। ਜੀ। ਲੇਕਿਨ ਉਹ ਭੁੱਲਦੇ ਕਿ ਸ਼ਾਹੀਨ ਬਾਗ ਦਾ ਮੋਰਚਾ ਇੱਕ ਕਮਿਊਨਿਟੀ ਵੱਲੋਂ ਸੀ, ਇੱਕ ਭਾਈਚਾਰੇ ਵੱਲੋਂ ਹੈ। ਜੀ। ਇਹ ਇੱਕ ਭਾਈਚਾਰੇ ਨਹੀਂ ਵੱਲੋਂ ਨਹੀਂ, ਇਹ ਸਮੁੱਚੇ ਕਿਸਾਨ ਭਾਈਚਾਰੇ ਵੱਲੋਂ ਹੈ। ਜੀ। ਅਤੇ ਕੱਲ੍ਹ ਜੇ ਅਸੀਂ ਦੇਖੀਏ, ਕੱਲ੍ਹ ਦੇ ਕਿਸਾਨ ਜਿਹੜਾ ਹੈਗਾ ਕਿਸਾਨ ਮਹਾਪੰਚਾਇਤ ਹੋਈ ਹੈ, ਉਸ ਕਿਸਾਨ ਮਹਾਪੰਚਾਇਤ ਦੇ ਵਿੱਚ ਭਾਰਤ ਭਰ ਦੀਆਂ 300 ਜਥੇਬੰਦੀਆਂ ਨੇ ਭਾਗ ਲਿਆ। 300 ਕਿਸਾਨ ਜਥੇਬੰਦੀਆਂ ਨੇ। ਜੀ। ਪੰਜਾਬ ਦੀਆਂ ਸਿਰਫ 32 ਹੈ। ਜੇ 300 ਕਿਸਾਨ ਜਥੇਬੰਦੀਆਂ ਅਤੇ ਉਹਦਾ ਦਾਇਰਾ ਕਿੱਡਾ ਵਿਸ਼ਾਲ ਹੈ। ਜੀ। ਉਹਦਾ ਦਾਇਰਾ ਤੁਸੀਂ ਇਹ ਦੇਖੋ ਕਿ ਉਹਦਾ ਦਾਇਰਾ ਜਿਹੜਾ ਹੈਗਾ ਉਹ 15 ਸੂਬਿਆਂ ਦੇ ਲੋਕ ਜਿਹੜੇ ਉੱਥੇ ਆਏ ਹੋਏ ਸੀ। ਜੀ। ਤੁਸੀਂ ਉੱਥੇ ਤਕਰੀਰਾਂ ਵੀ ਦੇਖੀਆਂ, ਕੁਛ ਲੋਕ ਪੰਜਾਬੀ 'ਚ ਬੋਲ ਰਹੇ ਸੀ, ਪੰਜਾਬ ਵਾਲੇ ਪੰਜਾਬੀ 'ਚ ਬੋਲਦੇ ਸੀ। ਸਾਡੇ ਕੋਲ ਬੜੇ ਪੜ੍ਹੇ ਲਿਖੇ ਬੰਦੇ ਹੈਗੇ ਆ, ਜਿਵੇਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਹਿੰਦੀ 'ਚ ਤਕਰੀਰ ਕੀਤੀ ਹੈ। ਜੀ। ਕਿਉਂਕਿ ਉਹ ਸਾਰੇ ਦੇਸ਼ ਦੇ ਕਿਸਾਨਾਂ ਦੇ ਇੱਕ ਵੱਡੇ ਆਗੂ ਦੇ ਰੂਪ ਦੇ ਵਿੱਚ ਉੱਭਰੇ ਹੈ। ਉਹਨਾਂ ਨੇ ਹਿੰਦੀ ਦੀ ਤਕਰੀਰ ਦੇ ਵਿੱਚ ਤਕਰੀਰ ਕੀਤੀ ਹੈ, ਔਰ ਨਾਲ ਪੰਜਾਬੀ
ਨੂੰ ਉਹਨਾਂ ਨੇ ਜਿਹੜਾ ਹੈਗਾ ਅੰਗਰੇਜ਼ੀ ਦਾ ਤੜਕਾ ਵੀ ਲਾਇਆ। ਜੀ ਜਦੋਂ ਵਿਧਾਨ ਦੀ ਗੱਲ ਕਰਦੇ ਆ ਕਿ ਸਾਡਾ ਵਿਧਾਨ ਜਿਹੜਾ ਹੈਗਾ, ਸਾਡਾ ਵਿਧਾਨ ਇਹ ਪ੍ਰਬੰਧ ਕਰਦਾ ਹੈ ਕਿ ਜਿਹੜੀ ਸਾਡੀ ਗੌਰਮੈਂਟ ਹੈ, ਬਾਈ ਦੀ ਪੀਪਲ ਫਾਰ ਦੀ ਪੀਪਲ, ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਜਿਹੜੀ ਸਰਕਾਰ ਹੈ। ਪਰ ਉਹ ਕਹਿੰਦੇ ਵੀ ਇਹ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਜ਼ਰੂਰ ਹੈ, ਪਰ ਇਹ ਜਿਹੜੀ ਹੈਗੀ ਹੈ ਕਾਰਪੋਰੇਟਰਾਂ ਦੀ ਦੁਮਛੱਲਾ ਬਣ ਗਈ ਜੀ। ਇਹ ਉਹਨਾਂ ਦੀ ਬਣ ਗਈ। ਉਹ ਅੰਗਰੇਜ਼ੀ ਦੇ ਵਿੱਚ ਕਿਹਾ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਉਨੀ, ਜੀ ਮੈਂ ਉਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ, ਲੇਕਿਨ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕਿਹਾ। ਸੋ ਇਹਨੂੰ ਅਸੀਂ ਦੇਖੀਏ ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਅੰਦੋਲਨ ਹੈ। ਜੀ ਤੇ ਇਸ ਅੰਦੋਲਨ ਦੇ ਵਿੱਚੋਂ ਜੇ ਅਸੀਂ ਦੇਖੀਏ 15 ਸੂਬਿਆਂ ਦੇ ਵਿੱਚੋਂ ਜਿਹੜੇ ਲੋਕ ਆਏ ਆ, ਤਕਰੀਰਾਂ ਹੁੰਦੀਆਂ, ਆਪਾਂ ਤਕਰੀਰਾਂ ਦੀ ਗੱਲ ਕਰ ਰਹੇ ਸੀ। ਜੀ ਕਰਨਾਟਕਾ ਦੇ ਵਿੱਚੋਂ ਇੱਕ ਬੀਬੀ ਆਉਂਦੀ ਹੈ, ਉਹ ਬੀਬੀ ਕੰਨੜ ਭਾਸ਼ਾ ਦੇ ਵਿੱਚ ਆਪਣਾ ਭਾਸ਼ਣ ਕਰਦੀ ਹੈ, ਜੀ ਲੇਕਿਨ ਉਹਦੇ ਭਾਸ਼ਣ ਨੂੰ ਅਨੁਵਾਦ ਕੀਤਾ ਗਿਆ ਹਿੰਦੀ ਦੇ ਵਿੱਚ। ਜੀ ਤੇ ਸਾਡੀ ਮੰਡੀਰ ਕੁਛ ਖੜੋਤੀ ਉੱਥੇ, ਜਿਹੜੀ ਮੰਡੀਰ ਜਦੋਂ ਉਹਨਾਂ ਨੂੰ ਕੰਨੜ ਭਾਸ਼ਾ ਸਮਝ ਨਹੀਂ ਆਉਂਦੀ ਸੀ, ਉਹ ਹੋ ਕਰਨ ਲੱਗੇ। ਔਰ ਸਰਦਾਰ ਬਲਵੀਰ ਸਿੰਘ ਰਾਜੇਵਾਲ ਨੇ ਉਹਦਾ ਸਖਤ ਨੋਟਿਸ ਲਿਆ, ਉਹਦਾ ਗਿਲਾ ਕੀਤਾ। ਜੀ ਤੇ ਉਸ ਗਿਲੇ ਦਾ ਅਸਰ ਇਹ ਹੋਇਆ ਕਿ ਰਕੇਸ਼ ਟਕੈਤ ਹੋਣੀ ਨਾਲ ਦੀ ਨਾਲ ਜਿਹੜੇ ਮਾਈਕ ਤੇ ਆਉਂਦੇ ਤੇ ਉਹਨਾਂ ਨੂੰ ਕਹਿੰਦੇ ਆਪਣੇ ਬੰਦਿਆਂ ਨੂੰ ਕਿ ਤੁਹਾਨੂੰ ਪਤਾ ਹੈ ਸਰਦਾਰ ਬਲਵੀਰ ਸਿੰਘ ਰਾਜੇਵਾਲਾ ਭਾਰਤ ਦੇ ਬਹੁਤ ਸੀਨੀਅਰ ਕਿਸਾਨ ਆਗੂ ਹੈ, ਜੀ ਇਹਨਾਂ ਦੇ ਕੋਲੇ ਕਿਸਾਨ ਅੰਦੋਲਨ ਦਾ 50 ਸਾਲ ਦਾ ਤਜਰਬਾ ਹੈ, ਤੇ ਜੇ ਇਹੋ ਜਿਹਾ ਬੰਦਾ ਦੁਖੀ ਹੁੰਦਾ ਹੈ, ਤੁਸੀਂ ਜੀ। ਦੇਖੋ ਕੀ ਹੈ। ਨਾਲ ਦੀ ਨਾਲ ਰਾਜੇਵਾਲ ਸਾਹਿਬ ਨੇ ਮੌਕੇ ਨੂੰ ਸੰਭਾਲਿਆ ਤੇ ਉਹਨਾਂ ਨੇ ਫਿਰ ਇਹ ਦੱਸਿਆ ਜਿਹੜੀ ਚੀਜ਼ ਦਾ ਮੈਂ ਹੁਣ ਇੱਥੇ ਜ਼ਿਕਰ ਕਰ ਰਿਹਾ ਬਹੁਤ ਵੱਡੀ ਚੀਜ਼ ਹੈ। ਜੀ ਪੰਜਾਬ ਦੀਆਂ 13 ਸੀਟਾਂ ਹੈ। ਪੰਜਾਬ ਬਹੁਤ ਛੋਟਾ ਜਿਹਾ ਸੂਬਾ ਹੈ। ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਭਾਵੇਂ ਮੈਜੋਰਿਟੀ ਦੇ ਵਿੱਚ ਹੈ, ਪਰ ਜੇ ਭਾਰਤ ਦੇ ਸੰਦਰਭ ਵਿੱਚ ਦੇਖੀਏ ਤਾਂ ਭਾਰਤ ਦੇ ਸੰਦਰਭ ਦੇ ਵਿੱਚ ਸਿੱਖਾਂ ਦੀ ਜਿਹੜੀ ਆਬਾਦੀ ਹੈ ਬਹੁਤ ਨਿਗੂਣੀ ਹੈ। ਜੀ ਵੱਖਰੀ ਗੱਲ ਹੈ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖਾਂ ਨੇ ਜਾ ਕੇ ਆਪਣੀ ਇੱਕ ਸਫਲਤਾ ਦੇ ਝੰਡੇ ਗੱਡੇ ਹੈ, ਲੇਕਿਨ ਭਾਰਤ ਦੇ ਵਿੱਚ ਜਦੋਂ ਜੂਨ 84 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ, ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਜਿਸ ਕਿਸਮ ਦਾ ਫਿਰਕੂ ਮਾਹੌਲ ਬਣਾਇਆ ਗਿਆ, ਜੀ ਉਸ ਮਾਹੌਲ ਦੇ ਵਿੱਚ ਪੰਜਾਬ ਦੇ ਕਿਸਾਨ ਭਾਈਚਾਰੇ ਨੂੰ, ਪੰਜਾਬ ਦੇ ਸਿੱਖ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਸੀ, ਸਾਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ। ਜੀ ਲੇਕਿਨ ਇਸ ਅੰਦੋਲਨ ਦੇ ਵਿੱਚ ਤੁਸੀਂ ਦੇਖੋ, ਇਸ ਅੰਦੋਲਨ ਦੇ ਵਿੱਚ ਜਿਹੜੀ ਸਿੱਖ ਭਾਈਚਾਰੇ ਦੀ ਮਹਿਮਾ ਹੋਈ ਹੈ, ਜੀ ਜਿਵੇਂ ਸਿੱਖ ਭਾਈਚਾਰੇ ਦਾ ਮਾਨ ਸਨਮਾਨ ਤੇ ਆਦਰ ਵਧਿਆ, ਉਹ ਹੋਰ ਕਿਤੇ ਨਹੀਂ ਵਧਿਆ। ਅਸੀਂ ਹਰਿਆਣੇ ਦੀ ਗੱਲ ਕਰਦੇ ਹੁੰਦੇ ਹਾਂ, ਹਰਿਆਣੇ ਦੇ ਕਿਸਾਨ ਕਹਿੰਦੇ ਆ ਪੰਜਾਬ ਤਾਂ ਸਾਡਾ ਵੱਡਾ ਭਰਾ ਹੈ, ਕਿੱਧਰ ਗਏ ਸਾਡੇ ਪਾਣੀਆਂ ਦੇ ਝਗੜੇ, ਕਿੱਧਰ ਗਏ ਸਾਡਾ ਚੰਡੀਗੜ੍ਹ ਦਾ ਝਗੜਾ, ਕਿੱਧਰ ਗਏ ਸਾਡੇ ਇਲਾਕਿਆਂ ਦੇ ਪੰਜਾਬ ਜਿਹੜੇ ਬੋਲੀ ਦੇ ਆਧਾਰ ਉੱਤੇ ਇਲਾਕਾਈ ਝਗੜੇ ਸਾਡੇ ਕਿੱਧਰ ਗਏ, ਜੀ ਕਿੱਧਰ ਗਿਆ ਸਾਡਾ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਹੈਗਾ ਪ੍ਰਬੰਧ ਹੈ, ਜੀ ਉਹ ਸਾਰੇ ਮਾਮਲੇ ਪਾਸੇ ਚਲੇ ਗਏ, ਕਿਉਂਕਿ ਇੱਥੇ ਇੱਕ ਭਾਈਚਾਰੇ ਦੀ ਗੱਲ ਆ ਗਈ। ਮੈਂ ਇਹੀ ਗੱਲ ਕਹਿੰਦਾ ਕਿ ਜਿਹੜੀ ਸ਼ਾਹੀਨ ਬਾਗ ਵਾਲੀ ਗੱਲ ਕਹਿੰਦੇ ਨਾ, ਉਹ ਸ਼ਾਹੀਨ ਬਾਗ ਵਾਲੀ ਉਹ ਇੱਕ ਭਾਈਚਾਰੇ ਦਾ ਸੀ, ਜਿਹਨੂੰ ਤੁਸੀਂ ਮਿਨੋਰਿਟੀ ਭਾਈਚਾਰਾ ਸੀ, ਉਹਨਾਂ ਨੂੰ ਤੁਸੀਂ ਉੱਥੇ ਰਗੜ ਕੇ ਰੱਖ ਦਿੱਤਾ। ਉਹਨਾਂ ਦੇ ਉੱਤੇ ਤੁਸੀਂ ਸਾਰੇ ਜਿਹੜੀ ਹੈਗੀ ਪੋਲਰਾਈਜੇਸ਼ਨ ਕੀਤੀ ਕਿ ਹਿੰਦੂ ਭਾਈਚਾਰੇ ਨੂੰ ਉਹਨਾਂ ਦੇ ਖਿਲਾਫ ਖੜਾ ਕਰਨ ਦਾ ਯਤਨ ਕੀਤਾ, ਲੇਕਿਨ ਇੱਥੇ ਹਿੰਦੂ ਭਾਈਚਾਰੇ ਦੀ, ਸਿੱਖ ਭਾਈਚਾਰੇ ਦੀ, ਮੁਸਲਮਾਨ ਭਾਈਚਾਰੇ ਦੀ, ਈਸਾਈ ਭਾਈਚਾਰੇ ਦੀ ਕੋਈ ਗੱਲ ਨਹੀਂ। ਇਹ ਲੋਕਾਂ ਦੀ ਗੱਲ ਹੈ। ਇੱਕ ਵਿਧਾਨ, ਇੱਕ ਨਿਸ਼ਾਨ, ਇੱਕ ਦੇਸ਼ ਦੀ ਗੱਲ ਕਰਦੇ, ਇੱਕ ਸੰਵਿਧਾਨ ਦੀ ਗੱਲ ਕਰਦੇ, ਤੇ ਇੱਥੇ ਆ ਗਿਆ ਕਿ ਇੱਕੋ ਹੀ ਕਿਸਾਨ ਹੈ, ਜੀ ਹੋਰ ਕੁਛ ਨਹੀਂ, ਕਿਸਾਨ ਦੀ ਗੱਲ ਹੈ। ਇਸ ਕਰਕੇ ਬਹੁਤ ਵੱਡੀ ਕੱਲ੍ਹ ਜਿਹੜੀ ਸਫਲਤਾ ਹੋਈ ਹੈ। ਹੁਣ ਉਹ 'ਚ ਇਕੱਠ ਕਿੰਨਾ ਹੈ, ਕੋਈ 5 ਲੱਖ ਕਹੀ ਜਾਂਦਾ, ਕੋਈ 10 ਲੱਖ ਕਹੀ ਜਾਂਦਾ, ਲੇਕਿਨ ਇਹ ਮੰਨਣਾ ਪਊ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇਕੱਠੇ ਹੋਏ ਹੈ। ਜੀ ਮੈਂ ਸੁਣ ਰਿਹਾ ਸੀ ਕਿਸੇ ਥਾਂ ਦੇ ਉੱਤੇ ਕਿਸੇ ਪੁਰਾਣੇ ਲੀਡਰ ਨੂੰ ਕਿ ਜਿਸ ਮੈਦਾਨ ਦੇ ਵਿੱਚ ਕੱਲ੍ਹ ਐਡਾ ਵੱਡਾ ਇਕੱਠ ਹੋਇਆ ਹੈ, ਉਹ ਮੈਦਾਨ ਕਦੇ ਭਰਿਆ ਨਹੀਂ। ਬਹੁਤ ਵੱਡੇ ਵੱਡੇ ਇਕੱਠ ਹੋਏ, ਕਦੇ ਭਰਿਆ ਨਹੀਂ। ਪਰ ਕੱਲ੍ਹ ਉਸ ਮੈਦਾਨ ਦੇ ਵਿੱਚ ਤਿਲ ਸਿੱਟਣ ਵਾਸਤੇ ਥਾਂ ਹੈ ਨਹੀਂ ਸੀ, ਜੀ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਬਾਹਰ ਖੜੇ ਸੀ ਤੇ ਬਾਹਰ ਸੜਕਾਂ 'ਤੇ ਫਿਰਦੇ ਸੀ। ਉਹਨਾਂ ਨੂੰ ਮਤਲਬ ਜਿਹੜਾ ਹੈਗਾ ਇੱਥੇ ਇੰਨੀ ਵੱਡੀ ਪੱਧਰ 'ਤੇ ਨਾਲ ਭਾਰਤ ਸਰਕਾਰ ਦੀ ਤੁਸੀਂ ਦੇਖੋ ਸ਼ਰਾਰਤ। ਭਾਰਤ ਸਰਕਾਰ ਨੇ ਕੁਝ ਗੱਡੀਆਂ ਰੋਕਤੀਆਂ, ਜੀ ਜਿਹੜੀਆਂ ਗੱਡੀਆਂ ਮੁਜ਼ੱਫਰ ਨਗਰ ਦੇ ਵਿੱਚ ਦੀ ਟੱਪਣੀਆਂ ਸੀ, ਉਹ ਗੱਡੀਆਂ ਨੂੰ ਰੋਕਤਾ ਕਿ ਗੱਡੀਆਂ ਜਾਣਗੀਆਂ ਨਹੀਂ, ਤਾਂ ਕਿ ਉਹ ਟਾਈਮ ਟਪਾ ਦਿੱਤਾ ਜਾਵੇ, ਕਿਸਾਨ ਜਾਣ ਨਾ। ਅਲਟੀਮੇਟਲੀ ਕਿਸਾਨਾਂ ਨੇ ਧਮਕੀ ਦਿੱਤੀ ਕਿ ਫਿਰ ਵੇਖ ਲਓ, ਸਾਰੀਆਂ ਰੇਲਾਂ ਬੰਦ ਕਰ ਦਿਆਂਗੇ। ਜੀ 2 ਘੰਟੇ ਬਾਅਦ ਉਹ ਗੱਡੀ ਚਲਾਈ ਵੀ ਗਈ। ਫਿਰ ਵੀ ਇਹਦੇ ਬਾਵਜੂਦ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਪਹੁੰਚੇ, ਔਰ ਜੋ ਉਹਨਾਂ ਦਾ ਸੁਨੇਹਾ ਤੇ ਸੱਦਾ ਹੈ, ਉਹ ਸੁਨੇਹਾ ਤੇ ਸੱਦਾ ਵੀ ਬੜਾ ਜਿਹੜਾ ਹੈਗਾ ਸਰਕਾਰ ਨੂੰ ਚੁਣੌਤੀ ਦੇਣ ਵਾਲਾ ਹੈ। ਜੀ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਮੋਦੀ ਤੇ ਜੋਗੀ ਨੂੰ ਵੋਟ ਦੀ ਚੋਟ ਮਾਰਾਂਗੇ। ਜੀ। ਕਿਸਾਨਾਂ ਨੇ ਕਿਹਾ ਕਿ ਵੋਟ ਦੀ ਚੋਟ ਪਹਿਲਾਂ ਬੰਗਾਲ 'ਚ ਮਾਰੀ ਸੀ, ਜਾ ਕੇ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਾਲ ਕੀ ਹੋਇਆ। ਜੀ ਹੁਣ ਅਸੀਂ ਵੋਟ ਦੀ ਚੋਟ ਮਾਰਾਂਗੇ ਯੂਪੀ ਦੇ ਵਿੱਚ। ਜੀ ਯੂਪੀ ਦੇ ਵਿੱਚ ਜੋਗੀ ਨੂੰ ਵੀ ਸੇਕ ਲੱਗੂਗਾ, ਤੇ ਜੋਗੀ ਦਾ ਸੇਕ ਜਿਹੜਾ ਹੈਗਾ ਦਿੱਲੀ ਤੱਕ ਮੋਦੀ ਨੂੰ ਵੀ ਪਹੁੰਚੂਗਾ, ਜੀ ਕਿਉਂਕਿ ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਰਸਤਾ ਜਿਹੜਾ ਉਹ ਬਾਇਆ ਯੂਪੀ ਆਉਂਦਾ ਹੈ। ਜੀ ਜਿਹਦੇ ਕੋਲੇ ਯੂਪੀ ਦਾ ਕੰਟਰੋਲ ਹੈ, ਜਿਹਦੇ ਕੋਲੇ ਯੂਪੀ ਦੇ ਵਿੱਚ ਬਹੁਮਤ ਹੈ, ਉਹਦੇ ਕੋਲੇ ਦਿੱਲੀ ਦੇ ਵਿੱਚ ਬਹੁਮਤ ਬਣਦਾ ਹੈ। ਜੀ ਤੇ ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਇਹ ਤਾਂ ਇਕੱਲਾ ਪੱਛਮੀ ਉੱਤਰ ਪ੍ਰਦੇਸ਼ ਦਾ ਅੰਦੋਲਨ ਹੈ। ਇਹ ਪੱਛਮੀ ਉੱਤਰ ਪ੍ਰਦੇਸ਼ ਦਾ ਨਹੀਂ, ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 103
ਸੀਟਾਂ ਪੈਂਦੀਆਂ ਵਿਧਾਨ ਸਭਾ ਦੀਆਂ। ਜੀ ਲੇਕਿਨ ਜੇ ਇਸ ਅੰਦੋਲਨ ਨੂੰ ਦੇਖੀਏ, ਕੱਲ ਪੱਛਮੀ ਉੱਤਰ ਪ੍ਰਦੇਸ਼ ਨਹੀਂ, ਲਗਭਗ ਸਾਰੇ ਹੀ ਉੱਤਰ ਪ੍ਰਦੇਸ਼ ਦੇ ਸਾਰੇ ਇਲਾਕਿਆਂ ਦੇ ਵਿੱਚੋਂ ਲੋਕ ਆਏ ਸੀ। ਜੀ ਔਰ ਇਹਦੇ 'ਚ ਅਗਲੀ ਗੱਲ ਤੁਸੀਂ ਗੱਲ ਦੇਖੋ ਕਿ ਇਹਦੇ ਵਿੱਚ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਇਲਾਕਿਆਂ ਦੇ ਮੁੱਦੇ ਉਠਾਏ, ਗੰਨੇ ਦਾ ਮੁੱਦਾ ਉਠਾਇਆ, ਹੋਰ ਮੁੱਦੇ ਉਠਾਏ ਵੀ, ਔਰ ਉਹ ਸਾਰੇ ਜਿਹੜੇ ਹੈਗੇ ਕਿਸਾਨਾਂ ਦੇ ਮੁੱਦੇ ਉਠਾਏ ਵੀ। ਉਹਦੇ ਵਿੱਚ ਮੁੱਦਾ ਕਰਨਾਲ ਦਾ ਵੀ ਉਠਾਇਆ, ਜਿੱਥੇ ਇੱਕ IAS ਆਫੀਸਰ ਜਿਹੜਾ SDM ਲੈਵਲ ਦਾ ਸੀ, ਜੀ। ਪਰ ਉਹਦੀਆਂ ਜਿਹੜੀਆਂ ਹੈਗੀਆਂ ਤਾਰਾਂ RSS ਨਾਲ ਜੁੜਦੀਆਂ, ਕਿਉਂਕਿ ਉਹ RSS ਦੇ ਇੱਕ ਲੀਡਰ ਦਾ ਭਤੀਜਾ ਸੀ ਜਿਹਨੇ ਨੇ ਕਿਹਾ ਸੀ ਕਿਸਾਨਾਂ ਦੇ ਸਿਰ ਭੰਨ ਦਿਓ। ਜੀ ਉਹਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਵਾਸਤੇ 6 ਸਤੰਬਰ ਤੱਕ ਦਾ ਟਾਈਮ ਦਿੱਤਾ ਸੀ, ਅੱਜ ਤੱਕ ਦਾ, ਜੀ ਕਿ 6 ਸਤੰਬਰ ਤੱਕ ਜੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਦਿਓਗੇ ਠੀਕ, ਤੇ 7 ਸਤੰਬਰ ਨੂੰ ਕਰਨਾਲ ਦੇ ਸੈਕਟਰੀਏਟ ਦਾ ਘਰਾਓ ਕਰਾਂਗੇ। ਤੇ ਉਹਨਾਂ ਨੇ ਕੱਲ ਕਾਲ ਉਹ ਵੀ ਦਿੱਤੀ ਹੈ ਜੀ। ਕਿ 7 ਸਤੰਬਰ ਨੂੰ ਸੈਕਟਰੀਏਟ ਦਾ ਘਰਾਓ ਕੀਤਾ ਜਾਵੇ। ਔਰ ਇਹ ਤੋਂ ਬਾਅਦ ਫਿਰ ਅੱਗੇ ਜਿਹੜਾ ਹੈਗਾ ਗੰਨੇ ਦੇ ਭਾਅ ਨੂੰ ਲੈ ਕੇ ਜੀ ਇੱਕ ਹੋਰ ਮਹਾਪੰਚਾਇਤ ਹੋਣੀ ਹੈ ਜੀ। ਉਹ ਮਹਾਪੰਚਾਇਤ ਹੋਣੀ ਹੈ 9 ਤੇ 10 ਤਾਰੀਖ ਨੂੰ, ਉਹ ਹੋਣੀ ਹੈ ਲਖਨਊ ਦੇ ਵਿੱਚ। ਜੀ 15 ਤਾਰੀਖ ਨੂੰ ਅਜਿਹੀ ਵੀ ਮਹਾਪੰਚਾਇਤ ਜਿਹੜੀ ਹੋਣੀ ਹੈ ਉਹ ਹੋਣੀ ਹੈ ਰਾਜਸਥਾਨ ਦੇ ਵਿੱਚ। ਜੀ ਤੇ ਫਿਰ 27 ਤਾਰੀਖ ਦਾ ਦਿੱਤਾ ਭਾਰਤ ਬੰਦ ਦਾ ਸੱਦਾ। ਜੀ ਤੇ ਜੇ ਅਸੀਂ ਤਕਰੀਰਾਂ ਨੂੰ ਦੇਖੀ ਤੇ ਤਕਰੀਰਾਂ ਦੇ ਵਿੱਚ ਜਿਹੜੇ ਕਿਸਾਨ ਲੀਡਰਾਂ ਨੇ ਕੱਲ ਮੁੱਦੇ ਉਠਾਏ ਆ, ਮੁੱਦੇ ਬਹੁਤ ਜਿਹੜੇ ਹੈਗੇ ਅਹਿਮ ਹੈ। ਜੀ ਉਹਦੇ 'ਚ ਰਾਕੇਸ਼ ਟਕੈਤ ਸਾਹਿਬ ਬੋਲਦੇ ਹੈ, ਉਹ ਕਹਿੰਦੇ ਵੀ ਇਹ ਸਾਡਾ ਜਿਹੜਾ ਦੇਸ਼ ਆ ਉਹ ਵਿਕਰੀ 'ਤੇ ਲਾਇਆ ਹੋਇਆ ਹੈ। LIC ਜਿਹੜੀ ਹੈਗੀ ਹੈ ਉਹ ਵਿਕਰੀ 'ਤੇ ਹੈ, ਬੰਦਰਗਾਹਾਂ ਠੇਕੇ 'ਤੇ ਦੇਤੀਆਂ ਵਿਕਰੀ 'ਤੇ ਹੈ, ਬੈਂਕਾਂ ਦਾ ਨਿੱਜੀਕਰਨ ਹੋ ਰਿਹਾ ਹੈ, ਨਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਿਕਰੀ 'ਤੇ ਲਾਇਆ ਹੋਇਆ, ਪਾਣੀ ਜਿਹੜਾ ਹੈਗਾ ਸਾਡਾ ਉਹ ਵੀ ਕਾਰਪੋਰੇਟਰਾਂ ਦੇ ਹਵਾਲੇ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਰੇਲਵੇ ਲਾਈਨਾਂ ਤੇ ਰੇਲਾਂ ਦਾ ਵੀ ਨਿੱਜੀਕਰਨ ਕਰਤਾ, ਸੜਕਾਂ ਜਿਹੜੀਆਂ ਹੈਗੀਆਂ ਉਹ ਵੀ ਠੇਕੇ 'ਤੇ ਦਿੱਤੀਆਂ ਜਾਈਆਂ। FCI ਦੇ ਗੋਦਾਮ ਜਿਹੜੇ ਹੈ ਪਹਿਲਾਂ ਤੋਂ ਹੀ ਕਾਰਪੋਰੇਟ ਘਰਾਣਿਆਂ ਦੇ ਕੋਲੇ ਹੈ। ਸੰਵਿਧਾਨ ਸਾਡਾ ਖਤਰੇ ਦੇ ਵਿੱਚ ਹੈ ਤੇ ਇੱਕ ਇਕੱਲੀ ਖੇਤੀ ਰਹਿ ਗਈ ਸੀ, ਤੇ ਹੁਣ ਕਹਿੰਦੇ ਖੇਤੀ ਵੀ ਵਿਕਰੀ 'ਤੇ ਲਾਤੀ ਹੈ, ਕਿਉਂਕਿ ਕਾਰਪੋਰੇਟਰਾਂ ਨੂੰ ਪਤਾ ਲੱਗਿਆ ਕਿ ਖੇਤੀ ਕਾ ਅਜਿਹਾ ਵਿਸ਼ਾ ਹੈ ਜਿਹਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਜੀ ਕਰੋਨਾ ਮਹਾਮਾਰੀ ਆਈ, ਕਰੋਨਾ ਮਹਾਮਾਰੀ ਦੇ ਵਿੱਚ ਸਾਰਾ ਬਿਜ਼ਨਸ, ਸਾਰਾ ਜਿਹੜਾ ਹੈਗਾ ਕਾਰੋਬਾਰ ਉਹ ਠੰਡਾ ਪੈ ਗਿਆ ਸੀ। ਲੇਕਿਨ ਭਾਰਤ ਸਰਕਾਰ ਕਹਿੰਦੀ ਹੈ ਕਿ ਸਾਡੀ GDP ਬਰਕਰਾਰ ਹੈ। ਜੀ ਜੇ GDP ਕੋਈ ਥੋੜੀ ਬਹੁਤੀ ਖੜੀ ਹੈ ਸਾਡੀ, ਤੇ ਕਿੱਥੋਂ ਖੜੀ ਹੈ, ਕਿਸ ਸੈਕਟਰ 'ਚ ਖੜੋਤੀ ਹੈ? ਉਹ ਬਿਲਕੁਲ ਟ੍ਰੇਡ ਸੈਕਟਰ 'ਚ ਨਹੀਂ ਹੈਗੀ ਹੈ, ਉਹ ਹੋਰ ਕਿਸੇ ਸੈਕਟਰ 'ਚ ਨਹੀਂ, ਉਹ ਖੇਤੀਬਾੜੀ 'ਚ ਖੜੀ ਹੈ। ਸਭ ਨੂੰ ਪਤਾ ਕਿ ਖੇਤੀਬਾੜੀ ਹੈ ਜਿਹੜੀ, ਇਹ ਖੇਤੀਬਾੜੀ ਜਿਹੜਾ ਹੈਗਾ ਲਾਹੇਵੰਦਾ ਸੌਦਾ ਹੈ। ਉਹ ਠੀਕ ਹੈ, ਕਿਸਾਨਾਂ ਵਾਸਤੇ ਘਾਟੇ ਦਾ ਸੌਦਾ ਹੈ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਉਪਜ ਦਾ ਪੂਰਾ ਮੁੱਲ ਨਹੀਂ ਮਿਲਦਾ। ਜਦੋਂ ਕਾਰਪੋਰੇਟਰਾਂ ਨੂੰ ਇਹ ਹੱਕ ਦੇ ਦਿੱਤਾ ਕਿ ਕੰਟਰੈਕਟ ਤੇ ਫਾਰਮਿੰਗ ਕਰਵਾਉਣਗੇ, ਜੀ ਮਲਕੀਅਤ ਭਾਵੇਂ ਜ਼ਿਮੀਂਦਾਰਾਂ ਦੇ ਨਾਂ ਹੋਊਗੀ ਲੇਕਿਨ ਉੱਥੇ ਮਜ਼ਦੂਰ ਬਣਨਗੇ। ਜੀ ਉਹਨਾਂ ਨੂੰ ਮਜ਼ਦੂਰ ਬਣਾ ਕੇ ਸ਼ਹਿਰਾਂ ਵਾਲੇ ਪਾਸੇ ਸ਼ਿਫਟ ਕੀਤਾ ਜਾਊ, ਸ਼ਹਿਰਾਂ ਦੇ ਵਿੱਚ ਉਹਨਾਂ 'ਚ ਰੀਅਲ ਐਸਟੇਟ ਕਾਰਖਾਨਿਆਂ 'ਚ ਕੰਮ ਲੈਣਗੇ। ਜੀ ਔਰ ਉੱਥੇ ਫਿਰ ਜਿਹੜੀ ਆਧੁਨਿਕ ਮਸ਼ੀਨਰੀ ਦੇ ਨਾਲ ਜਿਹੜੇ ਹੈ ਕਾਰਪੋਰੇਟ ਘਰਾਣੇ ਆਪਦੀ ਖੇਤੀ ਕਰਵਾਉਣਗੇ। ਫਿਰ ਉਹਨਾਂ ਦੇ ਕੋਲ ਦੂਜਾ ਅਖਤਿਆਰਾਤ ਉਹਨਾਂ ਨੂੰ ਦੇ ਦਿੱਤਾ ਹੈ ਕਿ ਉਹ ਜਿਹੜਾ ਹੈ ਜ਼ਖੀਰੇਬਾਜ਼ੀ ਕਰ ਸਕਦੇ ਹੈ। ਜੀ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹਦੇ ਵਿੱਚ ਜਿਹੜੀ ਬੰਦਿਸ਼ ਲਾਈ ਸੀ ਉਹ ਬੰਦਿਸ਼ ਖਤਮ ਕਰ ਦਿੱਤੀ ਹੈ। ਜੀ ਫਿਰ ਵਪਾਰ ਉਹਨਾਂ ਨੇ ਆਪਣੇ ਆਪ ਕਰਨਾ, ਮਤਲਬ ਹੈ ਵੀ ਤੁਸੀਂ ਇਹ ਦੇਖੋ ਕਿ ਪ੍ਰੋਡਕਸ਼ਨ ਤੋਂ ਲੈ ਕੇ ਵਪਾਰ ਤੱਕ ਜਿੰਨਾ ਵੀ ਸਾਰਾ ਸਿਸਟਮ ਉਹਨਾਂ ਦੇ ਕੋਲੇ ਹੈ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪੈਦਾ ਕਰਨਾ, ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਰੇਟ ਤੈਅ ਕਰਨੇ ਹੈ, ਜਿਹੜਾ ਉਹਨਾਂ ਨੇ ਮਟੀਰੀਅਲ ਤਿਆਰ ਕਰਨਾ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਵੇਚਣਾ ਹੈ। ਇਹ ਚੀਜ਼ ਰਹਿ ਗਈ ਸੀ, ਕਿਸਾਨਾਂ ਨੇ ਇਸ ਗੱਲ ਦਾ ਵੀ ਨੋਟਿਸ ਲਿਆ। ਅਗਲੀ ਗੱਲ, ਮੁਜ਼ੱਫਰਨਗਰ ਜਿਹੜਾ ਹੈਗਾ, ਮੁਜ਼ੱਫਰਨਗਰ ਜਿੱਥੇ ਸਾਰਾ ਕੁਝ ਹੋਇਆ ਹੈ, ਇਹ ਮੁਜ਼ੱਫਰਨਗਰ ਉਹ ਇਲਾਕਾ ਹੈ ਜਿਸ ਇਲਾਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ, ਇੱਕ ਤਜਰਬਾ ਕੀਤਾ ਸੀ, ਪ੍ਰਯੋਗਸ਼ਾਲਾ ਬਣਾਇਆ ਗਿਆ ਸੀ। ਉਹ ਪ੍ਰਯੋਗਸ਼ਾਲਾ ਅਜਿਹੀ ਸੀ ਕਿ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਪਾੜਾ ਪਾਇਆ ਜਾਵੇ। ਔਰ ਪਾੜਾ ਪਾਉਣ ਵਾਸਤੇ 2013 ਦੇ ਵਿੱਚ ਮੁਜ਼ੱਫਰਨਗਰ ਦੇ ਵਿੱਚ ਇਹਨਾਂ ਨੇ ਕਮਿਊਨਲ ਦੰਗੇ ਕਰਵਾਏ ਸੀ। ਜੀ ਉਹਨਾਂ ਕਮਿਊਨਲ ਦੰਗਿਆਂ ਦੇ ਚੱਲਦਿਆਂ ਬਹੁਤ ਸਾਰੇ ਮੁਸਲਮਾਨਾਂ ਦਾ ਜਾਨੀ ਨੁਕਸਾਨ ਹੋ ਗਿਆ ਸੀ। ਜੀ ਔਰ ਮੁਸਲਿਮ ਭਾਈਚਾਰਾ ਜਿਹੜਾ ਹੈਗਾ ਉਹ ਵੀ ਕੱਟਿਆ ਗਿਆ ਸੀ, ਇੱਕ ਪਾਸੇ ਹੋ ਗਿਆ ਸੀ। ਹਿੰਦੂ ਭਾਈਚਾਰੇ ਨੂੰ ਉਹਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ, ਪੋਲਰਾਈਜ਼ ਕਰਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈ ਫਿਰਕੂ ਕਤਾਰਬੰਦੀ ਕਰਵਾ ਕੇ, ਬਹੁ ਗਿਣਤੀ ਨੂੰ ਆਪਣੇ ਨਾਲ ਲਾ ਕੇ ਉਹਨਾਂ ਦੀਆਂ ਵੋਟਾਂ ਆਪਣੇ ਹੱਕ ਵਿੱਚ ਪਵਾ ਲਈਆਂ ਸੀ 2014 'ਚ। ਜੀ 2019 ਦੇ ਵਿੱਚ ਅਸੀਂ ਦੇਖੀ ਤੇ ਇਹੀ ਕੁਛ 2019 'ਚ ਕੀਤਾ ਸੀ। ਜੀ ਪੁਲਵਾਮਾ ਦਾ ਘਟਨਾਕ੍ਰਮ ਵਾਪਰ ਗਿਆ ਔਰ ਉਸ ਘਟਨਾਕ੍ਰਮ ਤੋਂ ਬਾਅਦ ਜਿਹੜੇ ਲੋਕ ਸ਼ਹੀਦ ਹੋਏ ਸੀ, ਜਿਹੜੇ CRPF ਦੇ ਜਵਾਨ ਸ਼ਹੀਦ ਹੋਏ ਸੀ, ਉਹਨਾਂ ਦੀਆਂ ਤਸਵੀਰਾਂ ਲਾਇਆ। ਕੋਈ ਯੂਪੀ ਦਾ ਸੀ, ਕੋਈ ਉੱਤਰਾਖੰਡ ਦਾ ਸੀ, ਕੋਈ ਝਾਰਖੰਡ ਦਾ ਸੀ, ਕੋਈ ਬਿਹਾਰ ਦਾ ਸੀ। ਉਹ ਜਿਨ੍ਹਾਂ ਸਟੇਟਾਂ ਦੇ ਲੋਕ ਸੀ ਉਹਨਾਂ ਲੋਕਾਂ ਦੀਆਂ ਉੱਥੇ ਭਾਵਨਾਵਾਂ ਪਾਕਿਸਤਾਨ ਦੇ ਖਿਲਾਫ ਭੜਕਾਈਆਂ ਗਈਆਂ। ਜੀ ਪਾਕਿਸਤਾਨ ਦਾ ਇਹ ਬਹਾਨੇ ਦੇ ਨਾਲ ਮੁਸਲਮਾਨਾਂ ਨੂੰ ਖਲਨਾਇਕ ਬਣਾਇਆ ਗਿਆ। ਉਹ ਸਾਰਾ ਕੁਝ ਕੀਤਾ ਗਿਆ। ਜੀ ਲੇਕਿਨ ਇੱਥੇ ਜਿਹੜਾ ਹੈਗਾ, ਇੱਥੇ ਸਿਲਸਿਲਾ ਉਹੀ ਮੁਜ਼ੱਫਰਨਗਰ ਹੈ। ਤੇ ਕੱਲ ਉਸ ਮੁਜ਼ੱਫਰਨਗਰ ਦੇ ਵਿੱਚੋਂ ਕਿਸ ਕਿਸਮ ਦੇ ਨਾਅਰੇ ਲੱਗਦੇ ਹੈ। ਜੀ ਸਭ ਤੋਂ ਵੱਡਾ ਕਿਸਾਨ ਆਗੂ ਹੈ ਇਸ ਵੇਲੇ ਜਿਹੜਾ ਉੱਭਰ ਕੇ ਆਇਆ ਹੈ ਸਾਹਮਣੇ,
ਉਹ ਰਕੇਸ਼ ਟਕੈਤ ਆ ਯੂਪੀ ਦਾ। ਜੀ ਉਹਨੇ ਕੱਲ੍ਹ ਜਿਹੜੇ ਉੱਥੇ ਨਾਅਰੇ ਬੁਲੰਦ ਕੀਤੇ ਆ, ਜੇ ਉਹਨੇ ਹਰ ਹਰ ਮਹਾਦੇਵ ਕਹਿ ਰਿਹਾ ਸੀ ਤੇ ਨਾਲ ਅੱਲਾਹੂ ਅਕਬਰ ਵੀ ਕਹਿ ਰਿਹਾ ਸੀ। ਜੀ ਤੇ ਜਿਹੜੀ ਮੇਧਾ ਪਾਟੇਕਰ ਹੈ ਬਹੁਤ ਵੱਡੀ ਸਮਾਜ ਸੇਵਕ ਹੈ। ਮੇਧਾ ਪਾਟੇਕਰ ਨੇ ਕਿਹਾ ਕਿ ਅਸੀਂ ਦੰਗੇ ਕਰਵਾਉਣ ਵਾਲੇ ਨਹੀਂ, ਲੇਕਿਨ ਅਸੀਂ ਪੰਗੇ ਲੈਣ ਵਾਲੇ ਹਾਂ। ਜੀ ਤੇ ਪੰਗੇ ਅਸੀਂ ਕਿਹਦੇ ਨਾਲ ਲੈਣੇ? ਅਸੀਂ ਹਕੂਮਤ ਨਾਲ ਪੰਗੇ ਲੈਣੇ, ਅਸੀਂ ਸਿਸਟਮ ਨਾਲ ਪੰਗੇ ਲੈਣੇ। ਜੀ। ਅਸੀਂ ਪੰਗਾ ਖੜਾ ਕਰਾਂਗੇ ਇਹਨਾਂ ਨੂੰ, ਲੇਕਿਨ ਦੰਗਾ ਨਹੀਂ ਕਰਾਵਾਂਗੇ। ਜੀ ਭਾਈਚਾਰੇ ਦੀ ਤੁਸੀਂ ਮਿਸਾਲ ਦੇਖੋ ਕੀ ਹੈ ਕਿ ਮੁਸਲਮਾਨ ਭਾਈਚਾਰੇ ਨੇ ਜਿਹੜੇ ਲੰਗਰ ਲਾਏ, ਜੀ ਜਾਟ ਭਾਈਚਾਰੇ ਨੇ, ਯੂਪੀ ਦੇ ਜਿਹੜਾ ਹਿੰਦੂ ਭਾਈਚਾਰਾ ਉਹਨਾਂ ਨੇ ਵੀ ਲੰਗਰ ਲਾਏ, ਲੇਕਿਨ ਜਿਹੜੇ ਮੁਸਲਮਾਨ ਭਾਈਚਾਰੇ ਨੇ ਲੰਗਰ ਲਾਏ ਉਹ ਇੱਕ ਬੜਾ ਵਿਲੱਖਣ ਸੀ। ਜੀ ਪੰਜਾਬ ਦੇ ਕਿਸਾਨ ਜਾ ਰਹੇ ਆ, ਮੇਰੀ ਕਈ ਕਿਸਾਨਾਂ ਨਾਲ ਗੱਲ ਹੋਇਆ, ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਉਹਨਾਂ ਨੇ ਲੰਗਰ ਲਾਏ ਸੀ ਨਾਲ ਪ੍ਰਸ਼ਾਦ ਦਾ ਇੰਤਜ਼ਾਮ ਕੀਤਾ ਸੀ। ਜੀ ਕੜਾਹ ਪ੍ਰਸ਼ਾਦ ਤਿਆਰ ਕੀਤਾ ਸੀ, ਕਿਉਂਕਿ ਕੜਾਹ ਪ੍ਰਸ਼ਾਦ ਸਾਡੇ ਲਈ ਇੱਕ ਬਹੁਤ ਪਵਿੱਤਰ ਜਿਹੜਾ ਹੈਗਾ ਹੈ, ਗੁਰੂਆਂ ਦੀ ਬਖਸ਼ਿਸ਼ ਆ ਸਾਡੀ। ਜੀ ਅਸੀਂ ਇਹਨੂੰ ਬਹੁਤ ਮਹੱਤਵ ਦਿੰਦੇ ਹਾਂ। ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜੇ ਹੈਗੇ ਪੰਜਾਬ ਦੇ ਲੋਕ, ਚਾਹੇ ਉਹ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਉਹ ਈਸਾਈ ਹੈ, ਚਾਹੇ ਕੁਛ ਵੀ ਹੈ, ਉਹਨਾਂ ਦੇ ਵਿੱਚ ਪ੍ਰਸ਼ਾਦ ਦੀ ਕੀ ਮਹੱਤਤਾ ਉਹ ਵੀ ਕੀਤੀ ਗਈ। ਸੋ ਜਿਹਨੂੰ ਦੰਗਿਆਂ ਨੂੰ ਕਰਾਉਣ ਵਾਲੀ ਗੱਲ ਕੀਤੀ ਸੀ ਉਹ ਹੈ। ਅਗਲੀ ਗੱਲ ਜਿਹੜੀ ਇਹਦੇ 'ਚ ਹੈ ਕਿ ਇਹ ਜਿਹੜਾ ਕੱਲੀ ਇਹਦੇ 'ਚ ਕਿਸਾਨ ਭਾਈਚਾਰਾ ਨਹੀਂ ਸੀ, ਜੀ ਇਹਦੇ ਵਿੱਚ ਬੀਬੀਆਂ ਵੀ ਸੀ, ਇਹਦੇ ਵਿੱਚ ਨੌਜਵਾਨ ਵੀ ਸੀ, ਇਹਦੇ ਵਿੱਚ ਵਿਦਿਆਰਥੀ ਸੀ, ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਵਰਕਿੰਗ ਕਲਾਸ ਸੀ, ਜਿਹਨੂੰ ਅਸੀਂ ਮਜ਼ਦੂਰ ਜਮਾਤ ਕਹਿ ਦਿੰਦੇ ਹਾਂ। ਜੀ ਮਜ਼ਦੂਰ ਜਮਾਤ ਦੀ ਸ਼ਮੂਲੀਅਤ ਵੀ ਪੂਰੀ ਸੀ, ਔਰ ਮਜ਼ਦੂਰ ਜਮਾਤ ਦੇ ਦੋਨੇ ਪੱਖ ਸੀ। ਜੀ ਇੱਕ ਪਾਸੇ ਕਾਰਖਾਨਿਆਂ ਦੇ ਵਿੱਚ ਤੇ ਖੇਤਾਂ ਖਲਿਆਣਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਸੀ, ਦੂਜੇ ਪਾਸੇ ਜਿਹੜੇ ਹੈਗੇ ਦਫ਼ਤਰਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਵੀ ਸੀਗੇ। ਜੀ ਕਰਮਚਾਰੀ ਸੀ, ਸਰਕਾਰੀ ਕਰਮਚਾਰੀ ਸੀ। ਸੋ ਕਿਸਾਨਾਂ ਨੇ ਕਿਹਾ ਕਿ ਇਹ ਲੜਾਈ ਜਿਹੜੀ ਹੁਣ ਹੈਗੀ, ਲੜਾਈ ਇਕੱਲੀ ਕਿਸਾਨੀ ਦੀ ਲੜਾਈ ਨਹੀਂ, ਇਹ ਭਾਰਤ ਦੇ ਸਧਾਰਨ ਲੋਕਾਂ ਦੀ ਲੜਾਈ ਹੈ, ਜੀ ਜਿਨ੍ਹਾਂ ਦੀ ਲੁੱਟ ਖਸੁੱਟ ਹੋਣੀ ਹੈ। ਤੇ ਸਧਾਰਨ ਲੋਕਾਂ ਦੀ ਲੜਾਈ ਨੂੰ ਜਦੋਂ ਅਸੀਂ ਦਲਵੀਰ ਜੀ ਦੇਖਦੇ ਹਾਂ ਤੇ ਮੇਰੀ ਯਾਦ ਆਉਂਦਾ ਹੈ 1857। ਜੀ 1857 ਦੇ ਵਿੱਚ ਸਾਡੀ ਦੇਸ਼ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ। ਜੀ ਔਰ ਉਹ ਲੜਾਈ ਜਿਹੜੀ ਹੈਗੀ ਇੱਕ ਦਿਨ 'ਚ ਨਹੀਂ ਮੁੱਕੀ ਸੀ। ਉਹ ਲੜਾਈ 1857 ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਚੱਲੀ ਸੀ? ਉਹ ਲੜਾਈ ਚੱਲੀ ਸੀ 1947 ਤੱਕ। ਜੀ 90 ਵਰ੍ਹੇ ਅਸੀਂ ਸਾਡੇ ਜਿਹੜੇ ਹੈਗੇ ਵੱਡੇ ਵਡੇਰੇ ਲੜਦੇ ਰਹੇ ਹੈ ਕਾਹਦੀ ਖਾਤਰ? ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਦੇਸ਼ ਆਜ਼ਾਦ ਹੋ ਗਿਆ। ਤੇ ਜਿੱਥੇ ਕੱਲ੍ਹ ਕਿਸਾਨ ਮਹਾਪੰਚਾਇਤ ਹੋਈ ਹੈ, ਉੱਥੋਂ ਮੇਰਠ, ਇਹ ਜਿਹੜੀ ਆਜ਼ਾਦੀ ਦੀ ਜਿਹੜੀ 1857 ਦੀ ਲੜਾਈ ਸ਼ੁਰੂ ਹੋਈ ਹੈ, ਉਹ ਮੇਰਠ ਤੋਂ ਸ਼ੁਰੂ ਹੋਈ ਸੀ। ਜੀ ਮੇਰਠ ਦਾ ਤੇ ਮੁਜ਼ੱਫਰਨਗਰ ਦਾ ਕੋਈ ਬਹੁਤਾ ਫਰਕ ਨਹੀਂ, ਨੇੜੇ ਨੇੜੇ ਹੀ ਹੈ। ਜੀ ਉਸੇ ਧਰਤੀ ਤੋਂ ਕੱਲ੍ਹ ਜਿਹੜੀ ਇੱਕ ਹੋਰ ਨਵੀਂ ਲੜਾਈ ਦੀ ਹੁੰਕਾਰ ਭਰੀ ਗਈ ਹੈ, ਫਕਾਰਾ ਮਾਰਿਆ ਕਿਸਾਨਾਂ ਨੇ। ਜੀ ਇਹ ਮੇਰੇ ਖਿਆਲ ਮੁਤਾਬਕ ਮੈਂ ਇਹਨੂੰ ਸਮਝਦਾ ਕਿ ਇਹ ਆਜ਼ਾਦੀ ਦੀ ਦੂਜੀ ਲੜਾਈ ਹੈ। ਜੀ ਔਰ ਕਿਸਾਨਾਂ ਦਾ, ਕਿਉਂਕਿ ਜੇ ਅਸੀਂ ਕਿਸਾਨਾਂ ਦੀ ਲਾਈਏ, ਕਿਸਾਨ ਭਾਈਚਾਰੇ ਦੀ ਸਾਡੇ ਸਮਾਜ ਦੇ ਵਿੱਚ ਭਾਗੀਦਾਰੀ ਕਿੱਡੀ ਵੱਡੀ ਹੈ, ਬਹੁਤ ਵੱਡੀ ਭਾਗੀਦਾਰੀ ਕਿਸਾਨ ਭਾਈਚਾਰੇ ਦੀ ਹੈ। ਜੀ ਔਰ ਕਿਸਾਨ ਦੇ ਨਾਲ ਨਾਲ ਜਿਹੜਾ ਖੇਤੀ ਹਰ ਮਜ਼ਦੂਰ ਹੈ, ਖੇਤੀ ਹੀ ਜਿਹੜਾ ਜਿਨ੍ਹਾਂ ਦੇ ਕੋਲ ਖੇਤੀਬਾੜੀ ਹੈ ਨਹੀਂ ਲੇਕਿਨ ਉਹ ਖੇਤੀਬਾੜੀ ਕਰਦੇ ਹੈ, ਉਹ ਮਜ਼ਦੂਰ ਵੀ ਇਹਨਾਂ ਦੇ ਨਾਲ ਹੈ। ਉਹਨਾਂ ਨਾਲ ਕਾਰਖਾਨੇ ਦਾ ਮਜ਼ਦੂਰ ਵੀ ਹੈ, ਉਹਨਾਂ ਦੇ ਨਾਲ ਜਿਹੜਾ ਹੈਗਾ ਦਫ਼ਤਰੀ ਬਾਬੂ ਵੀ ਹੈ। ਇਹ ਸਾਰੇ ਦੇ ਸਾਰੇ ਲੋਕ ਹੈ। ਇੱਕ ਨਵੀਂ ਕਿਸਮ ਦੀ ਲੜਾਈ ਹੈ ਜਿਹੜੀ ਇਹ ਸ਼ੁਰੂ ਹੋਈ ਹੈ। ਮੇਰਾ ਖਿਆਲ ਹੈ ਵੀ ਉਹ ਜਿਹੜੇ ਬੈਠੇ ਆ ਉਹਨਾਂ ਨੂੰ ਪੜ੍ਹ ਗਏ, ਔਰ ਇਹਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹਲਚਲ ਪੈਦਾ ਕੀਤੀ ਹੈ। ਜੀ ਗਾਂਧੀ ਪਰਿਵਾਰ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ। ਜੀ ਇੱਕ ਇੰਦਰਾ ਗਾਂਧੀ ਦੇ ਦੋ ਪੁੱਤ ਸੀ, ਇੱਕ ਦਾ ਨਾਂ ਸੀ ਰਾਜੀਵ ਗਾਂਧੀ, ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਉਹ ਇੱਕ ਐਕਸੀਡੈਂਟਲ ਪ੍ਰਧਾਨ ਮੰਤਰੀ ਸੀ, ਉਹ ਬੰਦਾ ਇਸ ਕੰਮ ਵਾਲਾ ਹੈ ਨਹੀਂ ਸੀ। ਜੀ ਉਹ ਤਾਂ ਇੱਕ ਪਾਇਲਟ 'ਚ ਸੀਗਾ, ਉਹ ਤਾਂ ਜਹਾਜ਼ ਚਲਾਉਣ ਵਾਲਾ ਬੰਦਾ ਸੀ, ਉਹ ਰਾਜਨੀਤੀ ਦੇ ਨੇੜੇ ਤੇੜੇ ਵੀ ਨਹੀਂ ਸੀ। ਜੀ ਲੇਕਿਨ ਰਾਜਨੀਤੀ ਦੇ ਵੀ ਜਿਹੜਾ ਦੂਜਾ ਬੰਦਾ ਸੀ, ਉਹ ਦੂਜੇ ਬੰਦੇ ਦਾ ਨਾਂ ਜਿਹੜਾ ਹੈ ਸੰਜੇ ਗਾਂਧੀ ਸੀ। ਜੀ ਸੰਜੇ ਗਾਂਧੀ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਮਤਭੇਦ ਹੈ, ਲੇਕਿਨ ਸੰਜੇ ਗਾਂਧੀ ਨੇ ਕਈ ਕੰਮ ਜਿਹੜੇ ਕੀਤੇ ਉਹ ਚੰਗੇ ਵੀ ਕੀਤੇ ਸੀ। ਜੀ ਪਹਿਲੀ ਗੱਲ ਇਹ ਹੈ ਕਿ ਸੰਜੇ ਗਾਂਧੀ ਪਹਿਲਾ ਬੰਦਾ ਜਿਹੜੀ ਆਟੋਮੋਬਾਈਲ ਦੀ ਇੱਕ ਨਵੀਂ ਟੈਕਨੀਕ ਲੈ ਕੇ ਆਇਆ ਸੀ ਇੰਡੀਆ ਦੇ ਵਿੱਚ। ਪਹਿਲਾਂ ਸਾਡੇ ਕੋਲੇ ਕੀ ਹੁੰਦੀ ਸੀ, ਐਂਬੈਸਡਰ ਕਾਰ ਹੁੰਦੀ ਸੀ ਤੇ ਇੱਕ ਫੀਟ ਕਾਰ ਆ ਗਈ ਸੀ। ਜੀ ਇਹ ਦੋਨੇ ਕਾਰਾਂ ਬਾਹਰਲੀਆਂ ਕਾਰਾਂ ਸੀ। ਜੀ ਬਾਅਦ ਦੇ ਵਿੱਚ ਸੰਜੇ ਗਾਂਧੀ ਜਿਹੜੀ ਕਾਰ ਲੈ ਕੇ ਆਇਆ ਸੀ ਮਰੂਤੀ। ਜੀ ਮਰੂਤੀ 800 ਜਿਹੜੀ ਹੈਗੀ ਆਪਾਂ ਸਮਝੌਤਾ ਕੀਤਾ ਸੀ ਤੁਹਾਡੇ ਜਾਪਾਨ ਦੇ ਨਾਲ। ਜੀ ਮਰੂਤੀ 800 ਦੀ ਆਲੋਚਨਾ ਕੀਤੀ ਸੀ। ਮੈਂ ਬਾਅਦ ਦੇ ਵਿੱਚ ਦੇਖਿਆ ਕਿ ਆਲੋਚਨਾ ਜਿਨ੍ਹਾਂ ਲੋਕਾਂ ਨੇ, ਜਿਹੜੇ ਲੀਡਰਾਂ ਨੇ ਕੀਤੀ ਸੀ, ਉਹਨਾਂ ਨੇ ਸਭ ਤੋਂ ਵੱਧ ਮਰੂਤੀ ਕਾਰਾਂ ਫਿਰ ਖਰੀਦੀਆਂ ਵੀ ਸੀ। ਜੀ ਉਹ ਤੋਂ ਅੱਗੇ ਅਸੀਂ ਦੇਖੀਏ ਤਾਂ ਸੰਜੇ ਗਾਂਧੀ ਨੇ ਐਮਰਜੈਂਸੀ ਲਵਾਉਣ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਸੀ। ਜੀ ਐਮਰਜੈਂਸੀ ਦੇ ਵਿੱਚ ਉਹਨੇ ਇੱਕ 5 ਨੁਕਤੀ ਪ੍ਰੋਗਰਾਮ ਦਿੱਤਾ ਸੀ। ਉਹਦੀ ਮਾਂ ਨੇ 20 ਨੁਕਤੀ ਪ੍ਰੋਗਰਾਮ ਦਿੱਤਾ ਸੀ, ਉਹਨੇ ਇੱਕ 5 ਨੁਕਤੀ ਪ੍ਰੋਗਰਾਮ ਦਿੱਤਾ ਸੀ। ਜੀ ਉਸ 5 ਨੁਕਤੀ ਪ੍ਰੋਗਰਾਮ ਦੇ ਵਿੱਚ ਉਹਨੇ ਜਿਹੜੀ ਹੈ ਵਾਤਾਵਰਨ ਨੂੰ ਬੜੀ ਤਰਜੀਹ ਦਿੱਤੀ ਸੀ। ਜੀ ਹਰ ਮਨੁੱਖ ਲਾਵੇ 5 ਰੁੱਖ, ਉਦੋਂ ਮਤਲਬ ਉਹਦਾ ਇਹ ਇੱਕ ਨਾਰਾ ਸੀ। ਔਰ ਇਹ ਨਾਰੇ ਨੂੰ ਇੰਪਲੀਮੈਂਟ ਕਰਵਾਉਣ ਵਾਸਤੇ ਉਹਨੇ ਤਾਕਤ ਦੀ ਵਰਤੋਂ ਵੀ ਕੀਤੀ ਸੀ। ਜੀ ਆਬਾਦੀ ਨੂੰ ਕੰਟਰੋਲ ਵਾਸਤੇ ਕਰਨ ਵਾਸਤੇ ਵੀ ਤਾਕਤ ਦੀ ਦੁਰਵਰਤੋਂ ਕੀਤੀ ਸੀ। ਉਹਨੂੰ ਖਮਿਆਜਾ ਵੀ ਭੁਗਤਣਾ ਪਿਆ। ਜੀ ਉਹਨੂੰ ਤੇ ਉਹਦੀ ਮਾਂ ਨੂੰ ਲੋਕਾਂ ਨੇ 1977 ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ 'ਚ ਹਰਾ ਦਿੱਤਾ ਸੀ। ਜੀ ਚਲੋ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਵਿਗਾੜ ਪੈ ਗਿਆ, ਉਹਦੀ ਵਿਧਵਾ ਪਾਸੇ ਹੋ ਗਈ, ਮੇਨਕਾ ਗਾਂਧੀ। ਜੀ
ਔਰ ਮੇਨਕਾ ਗਾਂਧੀ ਦੇ ਤੇ ਰਾਹੁਲ ਸੰਜੇ ਗਾਂਧੀ ਦੇ ਇੱਕ ਬੇਟਾ ਜਿਹਦਾ ਨਾਮ ਵਰੁਣ ਗਾਂਧੀ ਹੈ। ਜੀ ਮੇਨਕਾ ਗਾਂਧੀ ਵੀ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟ ਦੀ ਮੈਂਬਰ ਹੈ। ਪਿਛਲੀ ਸਰਕਾਰ ਦੇ ਵਿੱਚ ਉਹ ਵਜ਼ੀਰ ਵੀ ਸੀਗੀ, ਮੋਦੀ ਸਰਕਾਰ 'ਚ। ਐਤਕੀ ਸ਼ਾਇਦ ਉਹ ਵਜ਼ੀਰ ਹੈ ਨਹੀਂ ਗੀ। ਜੀ ਉਹਦਾ ਮੁੰਡਾ ਵੀ ਪਾਰਲੀਮੈਂਟ ਦਾ ਮੈਂਬਰ ਹੈ, ਜੀ ਜਿਹਦਾ ਨਾਮ ਵਰੁਣ ਗਾਂਧੀ ਹੈ। ਜੀ ਰਾਹੁਲ ਗਾਂਧੀ ਨੇ ਕੱਲ੍ਹ ਕਿਹਾ ਕਿ ਜਿਹੜੀ ਇਹ ਕਿਸਾਨਾਂ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਹੈ, ਕਿਸਾਨਾਂ ਨੇ ਕਹਿੰਦਾ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ, ਰਾਹੁਲ ਗਾਂਧੀ ਕਹਿੰਦਾ ਹੈ। ਜੀ ਤੇ ਦੂਜੇ ਪਾਸੇ ਜਿਹੜਾ ਹੈਗਾ ਵਰੁਣ ਗਾਂਧੀ, ਜੀ ਉਹ ਤਾਂ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਦਾ ਮੈਂਬਰ ਹੈ। ਜੀ ਉਹਨੇ ਕਿਹਾ ਕਿਸਾਨਾਂ ਦੇ ਨਾਲ ਸਤਿਕਾਰ ਨਾਲ ਜਿਹੜੀ ਹੈ ਵਾਰਤਾ ਹੋਵੇ। ਜੀ ਇਹ ਸਾਡੇ ਕਿਸਾਨ ਹੈ, ਸਾਡਾ ਲਹੂ ਹੈ ਤੇ ਸਾਡਾ ਮਾਸ ਹੈ। ਜੀ ਸਾਡੇ ਲਹੂ ਤੇ ਮਾਸ ਦੇ ਨਾਲ ਤੁਸੀਂ ਵਿਤਕਰੇਬਾਜ਼ੀ ਨਾ ਕਰੋ। ਜੀ। ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਆਵਾਜ਼ ਉੱਠ ਰਹੀ ਹੈ। ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਵਾਜ਼ਾਂ ਉੱਠਣਗੀਆਂ। ਸੋ ਕੁੱਲ ਮਿਲਾ ਕੇ ਅਸੀਂ ਦੇਖੀਏ, ਜਿਹੜੀ ਕੱਲ੍ਹ ਵਾਲੀ ਕਿਸਾਨ ਮਹਾਪੰਚਾਇਤ ਹੈ, ਇਹ ਕਿਸਾਨ ਮਹਾਪੰਚਾਇਤ ਇੱਕ ਵਿਲੱਖਣ ਮਹਾਪੰਚਾਇਤ ਹੈ। ਕੱਲ੍ਹ ਦਾ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਮ ਹਾਸਲ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਸ ਕਿਸਾਨ ਪੰਚਾਇਤ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਇਹ ਅੰਦੋਲਨ ਇਕੱਲਾ ਨਾ ਪੰਜਾਬ ਦਾ, ਨਾ ਹਰਿਆਣੇ ਦਾ ਹੈ, ਜੀ ਨਾ ਇਹ ਪੱਛਮੀ ਉੱਤਰ ਪ੍ਰਦੇਸ਼ ਦਾ ਹੈ। ਇਹ ਅੰਦੋਲਨ ਸਾਰੇ ਦੇਸ਼ ਦੇ ਕਿਸਾਨਾਂ ਦਾ, ਉਹਨਾਂ ਦੀ ਦੇ ਵਿੱਚ ਸ਼ਮੂਲੀਅਤ ਹੈ। ਔਰ ਜਿਸ ਕਿਸਮ ਦੇ ਉੱਥੇ ਨਾਅਰੇ ਦਿੱਤੇ ਗਏ ਹੈ, ਕੱਲ੍ਹ ਸੈਕੂਲਰ ਨਾਅਰੇ ਦਿੱਤੇ ਗਏ, ਦੇਸ਼ ਦੀ ਦੂਜੀ ਆਜ਼ਾਦੀ ਦਾ ਨਾਅਰਾ ਦਿੱਤਾ ਗਿਆ। ਜੀ ਬਹੁਤ ਜਿਹੜੀ ਹੈਗੀ ਹੈ, ਮੈਂ ਸਮਝਦਾ ਨੂੰ ਇਹ ਮਹੱਤਵਪੂਰਨ ਹੈ। ਦੇਸ਼ ਦੀ ਰਾਜਨੀਤੀ ਦੇ ਵਿੱਚ ਜਿਹੜਾ ਇਹ ਕਿਸਾਨ ਅੰਦੋਲਨ ਹੈ, ਮੀਲ ਦਾ ਇੱਕ ਪੱਥਰ ਸਾਬਤ ਹੋਊਗਾ। ਜੀ ਜੀ ਰੁੱਖ ਕਰਦੇ ਹਾਂ ਹਰਿਆਣਾ ਦਾ। ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੀ ਢਿੱਲੋਂ ਸਾਹਿਬ ਕਹਿੰਦੇ ਉਹਨਾਂ ਵੱਲੋਂ ਪ੍ਰੀਖਿਆਰਥੀਆਂ ਤੇ ਧਾਰਮਿਕ ਚਿੰਨ੍ਹ ਦਾ ਨਾਂ ਪਹਿਨਣ ਦੀ ਬੰਦਿਸ਼ ਜਿਹੜੀ ਹੈ ਉਹਦਾ ਫਰਮਾਨ ਜਾਰੀ ਕੀਤਾ ਤੇ ਅਸਹਿਣਸ਼ੀਲ ਆ ਇਹ ਕਹਿਣਾ ਜਥੇਦਾਰ ਅਕਾਲ ਤਖਤ ਦਾ। ਬਿਲਕੁਲ ਜੀ। ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਹੈ ਜਿਹੜਾ, ਹਰਿਆਣਾ ਪਬਲਿਕ ਸਰਵਿਸ, ਜਿੰਨੇ ਵੀ ਪਬਲਿਕ ਸਰਵਿਸ ਕਮਿਸ਼ਨ ਹੈ, ਪਬਲਿਕ ਸਰਵਿਸ ਕਮਿਸ਼ਨ ਦੋ ਕਿਸਮ ਦੇ ਹੁੰਦੇ। ਜੀ ਇੱਕ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਉਹਨਾਂ ਕੈਂਡੀਡੇਟਸ ਨੂੰ ਚੁਣਨਾ ਹੁੰਦਾ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਸਾਡੇ ਦੇਸ਼ ਦਾ ਜਿਹੜਾ ਹੈਗਾ ਸਿਸਟਮ ਹੈ ਉਹਨੂੰ ਚਲਾਉਣਾ ਹੁੰਦਾ ਹੈ। ਜੀ ਉਹਦੇ ਵਿੱਚ ਜੇ ਆਪਾਂ ਮੋਟੀਆਂ-ਮੋਟੀਆਂ ਗੱਲਾਂ ਕਰ ਲਈਏ, ਰੈਵਨਿਊ ਆ ਜਾਂਦਾ ਹੈ। ਜੀ ਜਿਵੇਂ IRS ਇੰਡੀਅਨ ਰੈਵਨਿਊ ਸਰਵਿਸ ਆ ਗਈ, ਜਿਨ੍ਹਾਂ ਨੇ ਪੈਸੇ ਧੇਲੇ ਦਾ ਕੰਮ ਕਰਨਾ ਹੈ। IPS ਇੰਡੀਅਨ ਪੁਲਿਸ ਸਰਵਿਸ, ਜਿਨ੍ਹਾਂ ਅਫਸਰਾਂ ਨੇ ਪੁਲਿਸ ਨੂੰ ਹੈਂਡਲ ਕਰਨਾ ਹੈ। ਉਹ ਤੋਂ ਬਾਅਦ ਆ ਗਿਆ IAS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, ਜਿਨ੍ਹਾਂ ਨੇ ਆਮ ਜਨਰਲ ਰਾਜ ਪ੍ਰਬੰਧ ਚਲਾਉਣਾ ਹੈ। ਜੀ ਫਿਰ ਆ ਗਿਆ IFS ਜੀ ਇੰਡੀਅਨ ਫਾਰਨ ਸਰਵਿਸ। ਐ ਤਾਂ ਬਹੁਤ ਸਾਰੀਆਂ ਸਰਵਿਸਿਜ਼ ਹੋਰ ਵੀ ਹੈਗੀਆਂ ਜਿਹੜੀਆਂ ਕੇਂਦਰੀ ਸਰਵਿਸਿਜ਼ ਹੈ, ਜਿਹੜੇ ਕੇਂਦਰੀ ਮਹਿਕਮੇ ਦੇ ਲਈ ਅਫਸਰ ਚਾਹੀਦੇ, ਜੀ ਉਹਨਾਂ ਦੀ ਚੋਣ ਕਰਨੀ ਹੁੰਦੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ। ਜੀ ਜਿਹੜੇ ਸਟੇਟਾਂ ਦੇ ਕਮਿਸ਼ਨ ਹੈ, ਸਟੇਟਾਂ ਦੇ ਕਮਿਸ਼ਨ ਨੇ ਸਟੇਟਾਂ ਦੀ ਜਿਹੜੀ ਸਰਕਾਰੀ ਮਸ਼ੀਨਰੀ ਹੁੰਦੀ ਹੈ, ਜੀ ਖਾਸ ਕਰਕੇ ਜਿਹੜੀਆਂ ਸਟੇਟਾਂ ਦੀਆਂ ਗੈਜ਼ਟਡ ਪੋਸਟਾਂ ਹੁੰਦੀਆਂ, ਉਹਨਾਂ ਗੈਜ਼ਟਡ ਪੋਸਟਾਂ ਦੇ ਉੱਤੇ ਉਹਨਾਂ ਨੇ ਭਰਤੀ ਕਰਨੀ ਹੁੰਦੀ ਹੈ। ਜੀ ਡਿਮਾਂਡ ਕਿੰਨੀ ਹੈ ਸਟੇਟ ਦੀ, ਉਸ ਡਿਮਾਂਡ ਦੇ ਮੁਤਾਬਕ ਉਹਨਾਂ ਦਾ ਇਮਤਿਹਾਨ ਲੈਣਾ, ਉਹਨਾਂ ਦਾ ਜਿਹੜਾ ਪੇਪਰ ਸੈੱਟ ਕਰਨਾ, ਉਹਨਾਂ ਨੂੰ ਪੇਪਰ ਪਾਉਣਾ, ਪੇਪਰ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਹੈਗੀ ਆ ਤੁਹਾਡੀ ਮੈਰਿਟ ਤੋਂ ਇਲਾਵਾ ਨਾਲ ਉਹਨਾਂ ਦੀ ਬੁੱਧੀ ਹੈ ਜਿਹੜੀ ਇੰਟਰਵਿਊ ਕਰਨੀ, ਉਹ ਵੇਖਣਾ ਕਿ ਬੰਦਾ ਕਿੰਨਾ ਕੁ ਡਿਜ਼ਰਵ ਕਰਦਾ। ਉਹ ਸਾਰਾ ਕੁਛ ਕਰਕੇ ਉਹਨੂੰ ਆਪਾਂ ਕਹਿ ਸਕਦੇ ਕਿ ਸਟੇਟਾਂ ਦੀ ਉਹ ਸਰਵਿਸ ਹੁੰਦੀ ਹੈ। ਜੀ ਸਾਰੀਆਂ ਸਟੇਟਾਂ ਦਾ ਆਪੋ ਆਪਣੇ ਮਤਲਬ ਜਿਹੜੇ ਹੈਗੇ ਸਰਵਿਸ ਕਮਿਸ਼ਨ ਬਣੇ ਹੋਏ ਹੈ। ਹਰਿਆਣੇ ਦੇ ਵਿੱਚ ਵੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਬਣੇ ਔਰ ਉਹਨਾਂ ਨੇ ਵੀ ਭਰਤੀ ਕੀਤੀ ਹੈ। ਹੁਣ ਜਿਹੜਾ ਉਹਨਾਂ ਨੇ ਇੱਕ ਫਰਮਾਨ ਜਾਰੀ ਕੀਤਾ, ਉਹਨਾਂ ਨੇ ਕਿਹਾ ਕਿ ਜਿਹੜੇ ਇਸ ਇਮਤਿਹਾਨ ਦੇ ਵਿੱਚ ਬੱਚੇ ਬੈਠਣਗੇ, ਜੀ ਉਹ ਆਪਣਾ ਕਿਸੇ ਕਿਸਮ ਦਾ ਕੋਈ ਧਾਰਮਿਕ ਚਿੰਨ੍ਹ ਨਾ ਪਾ ਕੇ ਆਉਣ। ਜੀ ਜੇ ਧਾਰਮਿਕ ਚਿੰਨ੍ਹ ਪਾਉਣ ਦੀ ਜਿਹੜੀ ਹੈ ਸਭ ਤੋਂ ਵੱਡੀ ਪ੍ਰੋਬਲਮ ਕਿਹਨੂੰ ਆਉਣੀ ਹੈ, ਉਹ ਸਿੱਖ ਭਾਈਚਾਰੇ ਨੂੰ ਆਉਣੀ। ਜੀ ਕਿਉਂਕਿ ਸਾਡੇ ਕੜਾ ਵੀ ਪਾਇਆ ਹੁੰਦਾ ਸਿੱਖ ਭਾਈਚਾਰੇ ਦੇ ਜਿਹੜੇ ਹੈਗੇ ਕੈਂਡੀਡੇਟਸ ਜਾਂ ਬੱਚੇ ਆ ਜਿਹੜੇ, ਉਹਨਾਂ ਦੇ ਜਿਹੜੇ ਅੰਮ੍ਰਿਤਧਾਰੀ ਹੁੰਦੇ, ਉਹਨਾਂ ਦੇ ਸ੍ਰੀ ਸਾਹਿਬ ਵੀ ਪਾਈ ਹੁੰਦੀ ਹੈ, ਜਿਹਨੂੰ ਆਪਾਂ ਛੋਟੀ ਕਿਰਪਾਨ ਕਹਿ ਦਿੰਦੇ। ਜੀ ਉਹ ਕਹਿੰਦੇ ਵੀ ਕਿਉਂਕਿ ਇਹਦੇ ਵਿੱਚੋਂ ਨਕਲ ਦੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਨਕਲ ਚਲਾਉਣ ਵਾਸਤੇ ਬੜੇ ਕੁਛ ਜਿਹੜੇ ਆ ਪ੍ਰਬੰਧ ਹੋ ਗਏ। ਜੀ ਡਿਵਾਈਸਿਸ ਜਿਹੜੀਆਂ ਹੈਗੀਆਂ ਵੱਖ-ਵੱਖ ਕਿਸਮ ਦੀਆਂ ਡਿਵਾਈਸਿਸ ਜਿਹੜੀਆਂ ਹੈਗੀਆਂ, ਉਹ ਆ ਗਿਆ ਕੋਈ ਘੜੀ ਦੇ ਵਿੱਚ ਕਿਸੇ ਨੇ ਸੈੱਟ ਕੀਤਾ ਹੋਇਆ ਕੰਮ, ਕਿਸੇ ਨੇ ਪੈਨ 'ਚ ਸੈੱਟ ਕੀਤਾ ਹੋਇਆ, ਕਿਸੇ ਨੇ ਕਈ ਵਾਰੀ ਤੁਹਾਡੇ ਆਪਣੇ ਕੰਨ ਦੇ ਨਾਲ ਕੁਝ ਹੋਰ ਲਾਇਆ ਹੋਇਆ। ਜੀ ਤੁਹਾਡਾ ਮੋਬਾਈਲ ਬਾਹਰ ਪਿਆ, ਉੱਥੇ ਬਾਹਰੋਂ ਪੇਪਰ ਸੈੱਟ ਜਿਹੜਾ ਕਰਵਾ ਦਿੱਤੇ ਜਾਂਦੇ, ਉੱਪਰ ਉਹ ਦਸਤਾਰ ਬੰਨੀ ਹੋਈ ਹੈ। ਜੀ ਇਹੋ ਜਿਹਾ ਕੁਛ ਬੜਾ ਕੁਛ ਚੱਲਦਾ ਰਿਹਾ ਪਿਛਲੇ ਸਮੇਂ ਦੇ ਵਿੱਚ। ਆਪਾਂ ਨੂੰ ਪਤਾ ਕਿਉਂਕਿ ਜਿਵੇਂ ਜਿਹੜੀ ਟੈਕਨੀਕ ਹੈ, ਜੀ ਟੈਕਨੀਕ ਜਿਹੜੀ ਹੈਗੀ, ਟੈਕਨੀਕ ਜਿੱਥੇ ਸਾਡੇ ਲਈ ਸਮਾਜ ਲਈ ਫਾਇਦੇਮੰਦ ਆ, ਉੱਥੇ ਦੀ ਦੁਰਵਰਤੋਂ ਵੀ ਬਹੁਤ ਹੁੰਦੀ ਹੈ। ਜੀ ਟੈਕਨੀਕ ਦੇ ਨਾਲ ਹੁਣ ਅਸੀਂ ਟੈਕਨੀਕ ਦੇ ਲਿਹਾਜ਼ ਨਾਲ ਆਪਾਂ ਜਿਹੜੀ ਬੈਠ ਕੇ ਗੱਲਬਾਤ ਕਰ ਰਹੇ ਹਾਂ, ਸਾਰੀ ਦੁਨੀਆ 'ਚ ਸਾਡੀ ਗੱਲਬਾਤ ਜਾ ਰਹੀ ਹੈ, ਜੀ ਪਰ ਇਹਦੀ ਦੁਰਵਰਤੋਂ ਵੀ ਹੁੰਦੀ ਹੈ ਲੋਕਾਂ ਨੂੰ ਡਿਫੇਮ ਕਰਨ ਵਾਸਤੇ। ਪੁੱਠੇ ਸਿੱਧੇ ਸਮਾਜ ਦੇ ਵਿੱਚ ਕਈ ਵਾਰੀ ਜਿਹੜੇ ਕਮਿਊਨਲ ਦੰਗੇ ਵੀ ਟੈਕਨੀਕ ਦੀ ਦੁਰਵਰਤੋਂ ਨਾਲ ਕਰਵਾਏ ਜਾਂਦੇ, ਇਹ ਸਾਰਾ ਕੁਛ ਹੁੰਦਾ ਹੈ। ਜੀ ਮਨੁੱਖ ਨੂੰ ਕਤਲ ਕਰਵਾਉਣ ਦਾ ਸਮਾਨ ਵੀ ਟੈਕਨੀਕ ਦੇ ਇੱਥੇ ਆਉਂਦਾ, ਸਾਰਾ ਕੁਛ ਆਉਂਦਾ ਹੈ। ਜੀ ਜੀ ਪਰ ਜਿਹੜੀ ਹੈਗੀ ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਧਾਰਮਿਕ ਚਿੰਨ੍ਹ ਹੈ ਤੁਸੀਂ ਉਹ ਧਾਰਮਿਕ ਚਿੰਨ੍ਹ ਦੇ ਉੱਤੇ ਪਾਬੰਦੀ ਲਾਓ।
ਪਹਿਲੀ ਗੱਲ ਤਾਂ ਹੈ ਕਿ ਸਾਡੇ ਕਨਸਟੀਟਿਊਸ਼ਨ ਨੇ ਸਾਡੇ ਸਾਰੇ ਭਾਰਤੀਆਂ ਨੂੰ ਧਾਰਮਿਕ ਆਜ਼ਾਦੀ ਦਿੱਤੀ ਹੋਈ ਹੈ ਜੀ ਕਿ ਹਰ ਜਿਹੜਾ ਭਾਰਤ ਦਾ ਜਿਹੜਾ ਧਰਮ ਜਿਹੜੀ ਸਟੇਟ ਹੈ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਧਰਮ ਨਿਰਪੱਖ ਸੰਵਿਧਾਨ ਹੈ। ਜੀ ਇੱਥੇ ਇਹ ਨਹੀਂ ਕਿ ਕਿਸੇ ਵੀ ਜਿਹੜੀ ਇੰਡੀਅਨ ਸਟੇਟ ਹੈ ਇਹਦਾ ਕੋਈ ਧਰਮ ਹੈ। ਜਿਵੇਂ ਫਰਜ਼ ਕਰੋ ਇਸਲਾਮ ਕੰਟਰੀ ਹੈ, ਉੱਥੇ ਇਸਲਾਮ ਉਹਨਾਂ ਦਾ ਧਰਮ ਹੈ। ਸਾਡਾ ਦੇਸ਼ ਭਾਰਤ ਆ, ਸਾਡੇ ਵਿੱਚ ਕਿਸੇ ਧਰਮ ਦੀ ਕੋਈ ਜਿਹੜੀ ਹੈਗੀ ਹੈ ਰਾਜ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਜੀ ਸਟੇਟ ਦੇ ਮਾਮਲੇ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ, ਸਾਡਾ ਸੰਵਿਧਾਨ ਕਹਿੰਦਾ। ਪਰ ਬਦਕਿਸਮਤੀ ਹੈ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੀ ਹੈਗੀ ਹੈ ਰਾਜ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ, ਧਰਮ ਨੂੰ ਪ੍ਰਮੋਟ ਵੀ ਕਰਦਾ ਹੈ ਜੀ। ਧਰਮ ਦੀ ਦੁਰਵਰਤੋਂ ਵੀ ਰਾਜ ਵੱਲੋਂ ਕੀਤੀ ਜਾਂਦੀ ਹੈ, ਸਟੇਟ ਵੱਲੋਂ ਕੀਤੀ ਜਾਂਦੀ ਹੈ ਆਪਦੀਆਂ ਥਾਵਾਂ। ਔਰ ਇਹੀ ਚੀਜ਼ ਜਿਹੜੀ ਹੈ ਮੈਂ ਹਰਿਆਣੇ ਵਾਲੀ ਚੀਜ਼ ਦੇਖਦਾ, ਹਰਿਆਣੇ ਵਾਲੀ ਜਿਹੜੀ ਹੈ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਹੈ ਜੀ ਉਹਨੇ ਜਿਹੜੀਆਂ ਪਾਬੰਦੀਆਂ ਲਾਈਆਂ ਉਹ ਤਾਂ ਹੁਣ ਜੇ ਕਿਰਪਾਨ ਪਾਈ ਹੋਈ ਹੈ, ਕੜਾ ਪਾਇਆ, ਤਾਂ ਸਿੱਖ ਬੱਚਿਆਂ ਦੇ ਪਾਏ ਉਹਨੂੰ ਕਹਿੰਦੇ ਜੀ ਕਿਰਪਾਨ ਲਾਓ, ਤੁਸੀਂ ਆਪਣਾ ਕੜਾ ਲਾਓ। ਇਹ ਕਨਸਟੀਟਿਊਸ਼ਨ ਦੀ ਉਲੰਘਣਾ ਹੈ ਕਿਉਂਕਿ ਕਨਸਟੀਟਿਊਸ਼ਨ ਧਾਰਮਿਕ ਆਜ਼ਾਦੀ ਦੀ ਗੱਲ ਕਰਦਾ ਹੈ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲਾਂ ਵੀ ਆਇਆ ਸੀ ਜੀ, ਉਦੋਂ ਵੀ ਪਟੀਸ਼ਨ ਪਈ ਸੀ, ਇਸ ਦਾ ਨਿਪਟਾਰਾ ਕੀਤਾ ਹੋਇਆ ਜੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ ਜਿਹੜੇ ਬੱਚੇ ਧਾਰਮਿਕ ਚਿੰਨ੍ਹ ਪਹਿਨਦੇ ਉਹਨਾਂ ਨੂੰ ਪਹਿਲਾਂ ਬੁਲਾ ਲਿਆ ਜਾਵੇ ਜੀ। ਉਹਨਾਂ ਦੇ ਜਿਹੜੇ ਹੈਗੇ ਹੈ ਜੋ ਉਹਨਾਂ ਦੇ ਧਾਰਮਿਕ ਚਿੰਨ੍ਹ ਹੈ ਉਹਨਾਂ ਦੀ ਸਮੀਖਿਆ ਕੀਤੀ ਜਾਵੇ, ਚੰਗੀ ਤਰ੍ਹਾਂ ਉਹਨਾਂ ਨੂੰ ਦੇਖ ਲਓ। ਜੇ ਉਹਦੇ ਵਿੱਚ ਕੋਈ ਮਤਲਬ ਡਿਵਾਈਸ ਵਗੈਰਾ ਹੈ ਉਹ ਪਾਈ ਜਾਂਦੀ ਹੈ ਤਾਂ ਉਹਨਾਂ ਨੂੰ ਕਹਦੇ ਜੀ ਤੁਹਾਨੂੰ ਇਹ ਲਾਉਣਾ ਪੈਣਾ ਜੇ ਤੁਸੀਂ ਇਮਤਿਹਾਨ ਦੇਣੇ। ਪਰ ਜਨਰਲ ਨਹੀਂ ਤੁਸੀਂ ਕਹਿ ਸਕਦੇ ਕਿ ਹਰ ਇੱਕ ਬੰਦੇ ਨੂੰ ਲਾ ਕੇ ਆਉਣਾ ਪੈਣਾ। ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਪਟਵਾਰੀਆਂ ਦੀ ਭਰਤੀ ਹੋਈ ਸੀ ਜੀ। ਪਟਵਾਰੀਆਂ ਦੀ ਭਰਤੀ ਵੇਲੇ ਵੀ ਇਹ ਮਾਮਲਾ ਸਾਹਮਣੇ ਆਇਆ ਸੀ, ਲੇਕਿਨ ਕੁਝ ਕਮਿਊਨਲ ਬੰਦੇ ਹੁੰਦੇ ਉਹਨਾਂ ਨੇ ਚੂੰ-ਚਰਾਂ ਕੀਤੀ ਜੀ ਨਹੀਂ ਇਸ ਤਰ੍ਹਾਂ ਨਹੀਂ ਹੋਵਾਂਗੇ। ਫਿਰ ਉੱਪਰੋਂ ਹੁਕਮ ਆਏ ਵੀ ਨਹੀਂ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਕਰਨੀ, ਧਾਰਮਿਕ ਚਿੰਨ੍ਹ ਨਾਲ ਛੇੜਛਾੜ ਨਹੀਂ ਕਰਨੀ। ਹਰਿਆਣੇ ਦੀ ਸਰਕਾਰ ਨੇ ਜੋ ਕੀਤਾ, ਹਰਿਆਣੇ ਦੀ ਸਰਕਾਰ ਜਿਹੜੀ ਹੈਗੀ ਹੈ ਕਮਿਊਨਲ ਸਰਕਾਰ ਹੈ। ਕਮਿਊਨਲ ਮੈਂ ਇਸ ਕਰਕੇ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਉਹ ਕਿਸਾਨ ਅੰਦੋਲਨ ਨੂੰ ਵੀ ਦੇਖੋ ਤੁਸੀਂ ਕਿਵੇਂ ਦੇਖਦੇ ਹੋ। ਕਿਸਾਨ ਅੰਦੋਲਨ ਨੂੰ ਕਹਿੰਦੇ ਜੀ ਤਾਂ ਪੰਜਾਬੀਆਂ ਦਾ ਅੰਦੋਲਨ ਹੈ ਜੀ। ਹਾਲਾਂਕਿ ਕਿਸਾਨ ਜਿਹੜੇ ਹੈਗੇ ਸਾਡੇ ਨਾਲੋਂ ਹਰਿਆਣੇ ਦੇ ਕਿਸਾਨ ਜ਼ਿਆਦਾ ਤਿੱਖੇ ਹੈ ਜੀ। ਤੁਹਾਡੀ ਯਾਦ ਹੋਣਾ ਜਦੋਂ ਆਪਾਂ ਦਿੱਲੀ ਨੂੰ ਕਿਸਾਨ ਜਾਂਦੇ ਸੀ, ਅੰਬਾਲੇ ਦੇ ਕੋਲੇ ਜਿਹੜੇ ਹੈਗੇ ਆ ਪਾਣੀ ਦੀਆਂ ਵਿਛਾੜਾਂ ਛੱਡੀਆਂ ਸੀ ਅਤੇ ਪਾਣੀ ਦੀਆਂ ਵਿਛਾੜਾਂ ਦਾ ਜਿਹੜੀ ਉਹ ਮੂੰਹ ਮੋੜਿਆ ਸੀ ਉਹ ਇੱਕ ਹਰਿਆਣਵੀ ਨੌਜਵਾਨ ਨੇ ਮੋੜਿਆ ਸੀ ਜੀ ਜੀ। ਔਰ ਜਿਹਦੀ ਜਿਹੜੀ ਹੈ ਬੜੀ ਚਰਚਾ ਹੋਈ ਸੀ ਦੁਨੀਆ ਦੇ ਵਿੱਚ ਕਿ ਉਸ ਨੇ ਮੋੜੀ ਸੀ। ਅੱਜ ਵੀ ਜੇ ਦੇਖੀਏ ਆਪਾਂ ਤਾਂ ਹਰਿਆਣੇ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਜੇ ਅਸਮਾਨ ਦੇ ਵਿੱਚ ਉੱਡਦਾ ਤੇ ਧਰਤੀ ਤੇ ਨਹੀਂ ਉਹਨੂੰ ਉਤਰਨ ਦਿੱਤਾ ਜਾ ਰਿਹਾ, ਉਹ ਕਿਸਾਨ ਹਰਿਆਣੇ ਦੇ। ਲੇਕਿਨ ਇਹਨੂੰ ਵੀ ਇਹ ਬਣਾਇਆ ਜਾਂਦਾ ਜੀ ਇਹ ਪੰਜਾਬੀਆਂ ਦਾ ਅੰਦੋਲਨ ਆ। ਪੰਜਾਬੀਆਂ ਤੋਂ ਬਾਅਦ ਫਿਰ ਇਹਨੂੰ ਸਿੱਖਾਂ ਦਾ ਅੰਦੋਲਨ ਕਿਹਾ ਜਾਂਦਾ ਹੈ, ਇਹਨੂੰ ਖਾਲਿਸਤਾਨੀਆਂ ਦਾ ਅੰਦੋਲਨ ਵੀ ਕਹਿੰਦੇ, ਇਹਨੂੰ ਅੱਤਵਾਦੀਆਂ ਦਾ ਅੰਦੋਲਨ ਵੀ ਕਹਿੰਦੇ, ਇਹਨੂੰ ਵੱਖਵਾਦੀਆਂ ਦਾ ਅੰਦੋਲਨ ਵੀ ਕਹਿੰਦੇ, ਇਹਨੂੰ ਨਕਸਲਵਾਦੀਆਂ ਦਾ ਅੰਦੋਲਨ ਵੀ ਕਹਿੰਦੇ। ਇਹ ਉਹ ਕਹਿ ਰਹੇ ਜੀ। ਹੁਣ ਜਿਹੜਾ ਇਸ ਮੌਕੇ ਦੇ ਉੱਤੇ ਉਹਨਾਂ ਨੇ ਜਿਹੜੀ ਪਬਲਿਕ ਸਰਵਿਸ ਨੇ ਪਾਬੰਦੀ ਲਾਈ ਹੈ ਜੀ, ਮੇਰੇ ਖਿਆਲ ਮੁਤਾਬਕ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਸਟੇਟ ਦੀ ਦਖਲਅੰਦਾਜ਼ੀ ਇਹ ਨਹੀਂ ਹੋਣੀ ਚਾਹੀਦੀ। ਔਰ ਇਹਦਾ ਨੋਟਿਸ ਜਿਹੜਾ ਹੈਗਾ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਲਿਆ। ਉਹਨਾਂ ਨੇ ਵੀ ਕਿਹਾ ਕਿ ਇਹ ਮਾਮਲਾ ਨਹੀਂ ਹੋਣਾ ਚਾਹੀਦਾ, ਇਹਦੇ ਖਮਿਆਜੇ ਆ ਜਿਹੜੇ ਉਹ ਭੁਗਤਣੇ ਪੈਣਗੇ, ਠੀਕ ਨਹੀਂ। ਕਿਉਂਕਿ ਕੱਲ੍ਹ ਨੂੰ ਫਿਰ ਇਸ ਕਿਸਮ ਦੀਆਂ ਬੰਦਸ਼ਾਂ ਹੋਰਾਂ ਥਾਵਾਂ 'ਤੇ ਅੱਜ ਸਿੱਖਾਂ 'ਤੇ ਲੱਗੀ, ਕੱਲ੍ਹ ਨੂੰ ਮੁਸਲਮਾਨਾਂ 'ਤੇ ਵੀ ਲੱਗ ਸਕਦੀ ਹੈ ਜੀ। ਵੈਸੇ ਵੀ ਮੁਸਲਮਾਨਾਂ 'ਤੇ ਤਾਂ ਕਾਫੀ ਕੀਤੀ ਜਾ ਰਹੀ ਹੈ ਸਖਤੀ। ਔਰ ਇਹ ਮੋਦੀ ਸਰਕਾਰ ਨੂੰ ਚਾਹੀਦਾ ਕਿ ਐਕਸਪੈਰੀਮੈਂਟ ਨਾ ਕਰੋ, ਤਜਰਬੇ ਨਾ ਕਰੋ। ਭਾਰਤ ਵੱਖ-ਵੱਖ ਧਰਮਾਂ ਦਾ ਦੇਸ਼ ਹੈ, ਵੱਖ-ਵੱਖ ਭਾਈਚਾਰਿਆਂ ਦਾ ਦੇਸ਼ ਹੈ। ਇਹ ਫੁੱਲ ਹੈ, ਫੁੱਲਾਂ ਦੀ ਫੁਲਵਾੜੀ ਹੈ। ਇਹਦੇ ਨਾਲ ਛੇੜਛਾੜ ਕਰਨੀ ਹੈ ਜਿਹੜੀ ਉਹ ਬੜੀ ਘਾਤਕ ਸਾਬਤ ਹੋ ਸਕਦੀ ਹੈ। ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਰੂਪ ਦੇ ਵਿੱਚ ਦੇਸ਼ ਨੇ ਕੀ ਖੱਟਿਆ ਤੇ ਕੀ ਗਵਾਇਆ ਆਪਾਂ ਨੂੰ ਸਭ ਨੂੰ ਪਤਾ ਹੈ ਜੀ। ਨੁਕਸਾਨ ਪੰਜਾਬੀਆਂ ਦਾ ਬਹੁਤ ਸਾਰਾ ਹੋਇਆ, ਲੇਕਿਨ ਜੇ ਅਸੀਂ ਦੇਸ਼ ਪੱਧਰ ਦੇ ਉੱਤੇ ਦੇਖੀਏ ਤਾਂ ਉਹਨਾਂ ਹਾਲਾਤਾਂ ਦੀ ਵਜ੍ਹਾ ਕਾਰਨ ਦੇਸ਼ ਦੀ ਇੱਕ ਪ੍ਰਧਾਨ ਮੰਤਰੀ ਤੇ ਇੱਕ ਰਾਜ ਦਾ ਮੁੱਖ ਮੰਤਰੀ ਜੀ ਸ਼੍ਰੀਮਤੀ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਹੋਣਾ ਦਾ ਜਿਹੜਾ ਕਤਲ ਹੋਇਆ, ਇਹ ਵੀ ਤਾਂ ਉਹ ਪੰਜਾਬ ਦੇ ਉਸ ਜਿਹੜੀ ਹੈਗੀ ਹੈ ਗੜਬੜ ਦੇ ਵਿੱਚੋਂ ਹੀ ਹੋਇਆ ਜੀ। ਉਦੋਂ ਵੀ ਇਸ ਕਿਸਮ ਦੀਆਂ ਜਿਹੜੀਆਂ ਭਾਵਨਾਵਾਂ ਦੇ ਨਾਲ ਛੇੜਛਾੜ ਕਰਨ ਦਾ ਯਤਨ ਕੀਤਾ ਸੀ ਕੁਝ ਲੋਕਾਂ ਨੇ ਜੀ। ਜਾਣੇ ਅਣਜਾਣੇ ਦੇ ਵਿੱਚ ਕੁਝ ਏਜੰਸੀਆਂ ਨੇ ਵੀ ਕੀਤਾ, ਕੁਝ ਲੋਕ ਜਿਹੜੇ ਹੈਗੇ ਹੈ ਪਾਗਲਪਨ ਦਾ ਸ਼ਿਕਾਰ ਵੀ ਹੋਏ। ਔਰ ਉਹਦਾ ਨਤੀਜਾ ਮੈਂ ਨਹੀਂ ਕਹਿੰਦਾ ਕਿ ਉਹਦੇ 'ਚ ਕਸੂਰਵਾਰ ਕੌਣ ਹੈ ਅਤੇ ਕੌਣ ਜਿਹੜਾ ਗੁਨਾਹਗਾਰ ਹੈ ਅਤੇ ਕੌਣ ਬੇਗੁਨਾਹ ਹੈ, ਲੇਕਿਨ ਜਿਹੜੀ ਉਹ ਛਿੰਝ ਛਿੜੀ ਸੀ, ਜਿਹੜੀ ਉਹ ਚੰਗਿਆੜੀ ਲੱਗੀ ਸੀ, ਉਸ ਚੰਗਿਆੜੀ ਦੇ ਵਿੱਚ ਆਮ ਲੋਕ ਵੀ ਮਰੇ ਅਤੇ ਉਹਦੇ 'ਚ ਪ੍ਰਧਾਨ ਮੰਤਰੀ ਵੀ ਨਹੀਂ ਰਹੀ ਅਤੇ ਉਹਦੇ 'ਚ ਮੁੱਖ ਮੰਤਰੀ ਵੀ ਨਹੀਂ ਰਿਹਾ। ਜੀ ਬਿਲਕੁਲ। ਢਿੱਲੋਂ ਸਾਹਿਬ, ਰੁਕ ਕਰਦੇ ਹਾਂ ਛੱਤੀਸਗੜ੍ਹ ਦਾ। ਛੱਤੀਸਗੜ੍ਹ ਪੁਲਿਸ ਨੇ ਉੱਥੋਂ ਦੇ ਮੁੱਖ ਮੰਤਰੀ ਦੇ ਪਿਤਾ ਖਿਲਾਫ ਮੁਕੱਦਮਾ ਦਰਜ ਕੀਤਾ ਜੀ, ਕੀ ਕਹਿੰਦੀ ਹੈ ਕਹਾਣੀ? ਦੇਖੋ, ਆਮ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਕਦੇ ਵੀ ਜਿਹੜਾ ਮੁਕੱਦਮਾ ਦਰਜ ਹੁੰਦਾ ਸਰਕਾਰ ਦੀ ਮਰਜ਼ੀ ਤੋਂ ਬਗੈਰ ਨਹੀਂ ਹੁੰਦਾ ਜੀ। ਛੱਤੀਸਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਜੀ। ਔਰ ਜਿਹੜਾ ਉੱਥੇ ਦਾ ਮੁੱਖ ਮੰਤਰੀ ਹੈ ਉਹ ਮੁੱਖ ਮੰਤਰੀ ਜਿਹੜਾ ਜੀ ਉਹ ਮੁੱਖ ਮੰਤਰੀ ਕਾਂਗਰਸ ਦਾ ਬੜਾ ਜੇ ਆਪਾਂ ਕਹੀਏ ਚਰਚਿਤ ਮੁੱਖ ਮੰਤਰੀ ਹੈ ਜੀ। ਪਿਛਲੇ ਦਿਨਾਂ ਦੇ ਵਿੱਚ ਇਸ ਮੁੱਖ ਮੰਤਰੀ ਨੂੰ ਹਟਾਉਣ ਦੀ ਗੱਲ ਵੀ ਕੀਤੀ ਗਈ ਸੀ ਜੀ, ਲੇਕਿਨ ਉਹਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ, ਰਾਹੁਲ ਗਾਂਧੀ ਨੂੰ ਦਿਖਾਇਆ ਕਿ ਆ ਦੇਖ ਮੇਰੇ ਕੋਲ ਪਾਵਰ ਹੈਗੀ ਹੈ,
ਜੀ। ਲੋਕ ਮੇਰੇ ਨਾਲ ਹੈ, MLA ਦਿੱਲੀ ਤੱਕ ਉਹਦੇ ਨਾਲ ਆਏ ਸੀ, ਜੀ। ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਨਾਲ ਹੈ। ਉਹਦੇ ਫਾਦਰ ਹੈਗੇ ਹੈ ਜੀ 86 ਸਾਲ ਉਹਨਾਂ ਦੀ ਉਮਰ ਹੈ, ਤੇ ਨਾਂ ਨੰਦ ਕੁਮਾਰ ਬਘੇਲ। ਜੀ। ਨੰਦ ਕੁਮਾਰ ਬਘੇਲ ਨੇ ਇੱਕ ਜਿਹੜੀ ਹੈਗੀ ਹੈ ਸਟੇਟਮੈਂਟ ਦਿੱਤੀ ਸੀ, ਔਰ ਸਟੇਟਮੈਂਟ ਜਿਹੜੀ ਸੀ ਇਹ ਬ੍ਰਾਹਮਣ ਭਾਈਚਾਰੇ ਦੇ ਖਿਲਾਫ ਸੀ। ਜੀ। ਉਹਨਾਂ ਨੇ ਇਹ ਸੱਦਾ ਦਿੱਤਾ ਸੀ ਕਿ ਬ੍ਰਾਹਮਣ ਭਾਈਚਾਰੇ ਦਾ ਬਾਈਕਾਟ ਕੀਤਾ ਜਾਵੇ, ਜੀ। ਕਿਉਂਕਿ ਬਘੇਲ ਕਮਿਊਨਿਟੀ ਮੇਰਾ ਖਿਆਲ ਹੈ ਹੋਰ ਕਮਿਊਨਿਟੀ ਹੈ, ਇਹ ਸ਼ਾਇਦ ਬੈਕਵਰਡ ਕਲਾਸਿਸ ਦੇ ਵਿੱਚੋਂ ਆਉਂਦੀ ਵਗੈਰਾ ਹੈਗੀ ਹੈ, ਔਰ ਬ੍ਰਾਹਮਣ ਭਾਈਚਾਰਾ ਜਿਹੜਾ ਹੈਗਾ ਸਾਡੇ ਸਮਾਜ ਦਾ ਆਪਣੇ ਆਪ ਨੂੰ ਸਭ ਤੋਂ ਸਵਰਨ ਭਾਈਚਾਰਾ ਸਮਝਦਾ ਹੈ। ਜੀ। ਉਹਦੇ ਖਿਲਾਫ ਪਤਾ ਨਹੀਂ ਉਹਨਾਂ ਦਾ ਉੱਥੇ ਦੀ, ਇਹ ਤਾਂ ਬਹੁਤੀ ਡਿਟੇਲ ਨਹੀਂ ਆਈ ਕਿ ਉੱਥੇ ਕੀ ਕੰਟਰਡਿਕਸ਼ਨ ਸੀ ਉਹਨਾਂ ਦੀਆਂ, ਕੀ ਮਤਭੇਦ ਸੀ, ਕਿਹਦੇ ਵਿੱਚੋਂ ਇਹ ਗੱਲ ਨਿਕਲੀ ਹੈ। ਜੀ। ਲੇਕਿਨ ਨੰਦ ਕਿਸ਼ੋਰ ਜਿਹੜੇ ਹੈਗੇ ਬਘੇਲ ਹੈ, ਉਹਨਾਂ ਨੇ ਕਹਿਤਾ ਜੀ ਬ੍ਰਾਹਮਣ ਭਾਈਚਾਰੇ ਦਾ ਬਾਈਕਾਟ ਹੋਣਾ ਚਾਹੀਦਾ। ਸਮਾਜਿਕ ਬਾਈਕਾਟ ਬਹੁਤ ਵੱਡੀ ਸਜ਼ਾ ਹੈ, ਤੇ ਇਹਦਾ ਨਤੀਜਾ ਕੀ ਹੋਇਆ ਜੀ, ਦੋ ਧਾਰਮਿਕ ਫਿਰਕਿਆਂ ਦੇ ਦਰਮਿਆਨ ਨਫ਼ਰਤ ਪੈਦਾ ਕਰਨ ਦੇ ਦੋਸ਼ ਹੇਠ ਜੀ। ਉੱਥੋਂ ਦੀ ਪੁਲਿਸ ਨੇ ਮੁੱਖ ਮੰਤਰੀ ਦੇ ਬਾਪ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਜੀ। ਜੇ ਹੁਣ ਆਪਾਂ ਨੂੰ ਇਹ ਕਹੀਏ ਕਿ ਜੇ ਮੁੱਖ ਮੰਤਰੀ ਚਾਹੁੰਦਾ ਕਿ ਮੇਰੇ ਬਾਪ ਦੇ ਖਿਲਾਫ ਮੁਕੱਦਮਾ ਦਰਜ ਨਹੀਂ ਹੋਣਾ, ਤਾਂ ਕਿਹਦੀ ਪਹੁੰਚ ਸੀ ਮੁਕੱਦਮਾ ਦਰਜ ਨਾ ਹੁੰਦਾ। ਜੀ। ਲੇਕਿਨ ਜੋ ਗੱਲ ਕਹੀ ਹੈ, ਜਿਵੇਂ ਕਿਹਾ ਜਾਂਦਾ ਕਿ ਜੇ ਕਿਸੇ ਬੰਦੇ ਨੂੰ ਕੋਈ ਇਤਰਾਜ਼ ਹੈ ਤਾਂ ਕਿਸੇ ਵੀ ਵੱਡੇ ਤੋਂ ਵੱਡੇ ਬੰਦੇ ਦੇ ਖਿਲਾਫ ਮੁਕੱਦਮਾ ਦਰਜ ਕਰਵਾ ਸਕਦਾ ਹੈ। ਮੇਰੇ ਖਿਆਲ ਮੁਤਾਬਕ ਉਹਨੇ ਇੱਕ ਜਿਹੜੀ ਹੈ ਮਿਸਾਲ ਜਿਹੜੀ ਹੈ ਇਹ ਬਹੁਤ ਵਧੀਆ ਪੈਦਾ ਕੀਤੀ ਜੀ। ਕਿ ਵੱਡਾ ਤੋਂ ਵੱਡਾ ਬੰਦਾ ਵੀ ਕਾਨੂੰਨ ਤੋਂ ਉੱਪਰ ਨਹੀਂ, ਮੁੱਖ ਮੰਤਰੀ ਦਾ ਬਾਪ ਵੀ ਕਾਨੂੰਨ ਤੋਂ ਉੱਪਰ ਨਹੀਂ। ਜੀ। ਮੁੱਖ ਮੰਤਰੀ ਨੇ ਆਪਦੇ ਬਾਪ ਦੇ ਖਿਲਾਫ ਪਰਚਾ ਦਰਜ ਕਰਵਾ ਕੇ ਉਹਨੇ ਇੱਕ ਸੁਨੇਹਾ ਦਿੱਤਾ ਹੈ। ਜੀ। ਮੈਂ ਨਹੀਂ ਕਹਿੰਦਾ ਕਿ ਉਹਨੇ ਨੇਕ ਨੀਤੀ ਨਾਲ ਕਰਵਾਇਆ, ਜੀ। ਹੋ ਸਕਦਾ ਇਹਦੇ ਵਿੱਚ ਉਹਦਾ ਕੋਈ ਰਾਜਸੀ ਮਕਸਦ ਹੋਵੇ, ਜੀ। ਹੋ ਸਕਦਾ ਵੀ ਕੱਲ ਕਲੋਤਰ ਨੂੰ ਉਹ ਗਵਾਹਾਂ ਨੂੰ ਬਿਠਾ ਲਵੇ। ਜੀ। ਇਹ ਵੀ ਹੋ ਸਕਦਾ ਕਿ ਇਹ ਮੁਕੱਦਮਾ ਜਿਹੜਾ ਹੈਗਾ ਖਾਰਜ ਹੋ ਜੇ, ਜੀ। ਔਰ ਇਹ ਵੀ ਹੋ ਸਕਦਾ ਕਿ ਇਸ ਮੁਕੱਦਮੇ ਦੇ ਵਿੱਚ ਜਿਹੜਾ ਹੈਗਾ ਕੋਈ ਕੰਪਰੋਮਾਈਜ਼ ਵਗੈਰਾ ਹੋ ਜੇ, ਸਟੇਟ ਪਾਵਰ ਦੀ ਦੁਰਵਰਤੋਂ ਕਰਕੇ ਕੰਪਰੋਮਾਈਜ਼ ਵੀ ਕਰਵਾਇਆ ਜਾ ਸਕਦਾ ਹੈ। ਜੀ। ਪਰ ਪਹਿਲੀ ਨਜ਼ਰੇ ਜੇ ਆਪਾਂ ਇਹ ਦੇਖੀ ਤੇ ਕਿ ਮੁੱਖ ਮੰਤਰੀ ਦੇ ਬਾਪ ਦੇ ਖਿਲਾਫ ਵੀ ਮੁਕੱਦਮਾ ਦਰਜ ਹੋ ਸਕਦਾ ਹੈ, ਇਹ ਗੱਲ ਚੰਗੀ ਹੈ, ਇਹ ਜੀ। ਮਾੜੀ ਗੱਲ ਨਹੀਂ। ਜੀ। ਇਹ ਇੱਕ ਪਿਰਤ ਹੈ। ਆਮ ਤੌਰ ਤੇ ਸਾਡੇ ਕੀ ਹੁੰਦੇ, ਸਾਡੇ ਸਧਾਰਨ ਬੰਦਾ ਹੁੰਦਾ ਕਿਸੇ ਰਾਜ ਕਰਦੀ ਪਾਰਟੀ ਦੇ ਨਾਲ ਉਹਦੇ ਸੰਬੰਧ ਹੁੰਦੇ ਆ, ਭਾਵੇਂ ਉਹ ਕਤਲ ਵੀ ਕਰ ਦੇਵੇ, ਜੀ। ਉਹਦੀ ਥਾਂ ਦੇ ਉੱਤੇ ਕਿਸੇ ਹੋਰ ਬੰਦੇ ਨੂੰ ਟੰਗ ਦੇਣਗੇ, ਲੇਕਿਨ ਰਾਜ ਕਰਦੀ ਪਾਰਟੀ ਦੇ ਬੰਦੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਅੱਜ ਆਪਾਂ ਪੰਜਾਬ ਦੇ ਵਿੱਚ ਦੇਖੀਏ, ਪਿਛਲੀ ਸਰਕਾਰ ਦੇ ਦੌਰਾਨ, ਬਾਦਲ ਸਰਕਾਰ ਦੌਰਾਨ ਵੀ, ਕੈਪਟਨ ਸਰਕਾਰ ਦੌਰਾਨ ਵੀ, ਉਦੋਂ ਕਹਿੰਦੇ ਜੀ ਵੱਡੇ ਵੱਡੇ ਲੋਕਾਂ ਦੇ ਨਾਲ ਜਿਹੜੀ ਹੈਗੀ ਹੈ ਰਿਆਇਤ ਕੀਤੀ ਜਾਂਦੀ ਹੈ। ਆ ਡਰੱਗਸ ਦੇ ਮਾਮਲੇ ਦੇ ਉੱਤੇ ਤੁਸੀਂ ਦੇਖ ਲਓ, ਬਾਦਲਾਂ ਦੀ ਸਰਕਾਰ ਵੇਲੇ ਭੋਲੇ ਨੇ ਗੱਲ ਕਹੀ ਸੀ ਜੀ। ਕਿ ਮੈਨੂੰ ਤਾਂ ਘੜੀਸੀ ਫਿਰਦੇ ਆ, ਲੇਕਿਨ ਕੈਬਨਿਟ ਦੇ ਮੰਤਰੀ ਹੈ ਜਿਹੜੇ ਉਹ ਵੀ ਡਰੱਗਸ ਦੇ ਵਿੱਚ ਇਨਵੋਲਵ ਹੈ, ਕਿਸੇ ਨੇ ਕੱਖ ਨਹੀਂ ਕੀਤਾ ਸੀ। ਜੀ। ਸੋ ਮੈਂ ਸਮਝਦਾ ਕਿ ਮਨਸ਼ਾ ਭਾਵੇਂ ਕੋਈ ਹੋਵੇ, ਭਾਵੇਂ ਰਾਜਨੀਤਿਕ ਮਨਸ਼ਾ ਹੋਵੇ, ਭਾਵੇਂ ਆਪਣੀ ਆਬਾ ਚਮਕਾਉਣ ਦਾ ਮਾਮਲਾ ਹੋਵੇ, ਲੇਕਿਨ ਗੱਲ ਬਹੁਤ ਵਧੀਆ ਹੋਇਆ, ਮੁੱਖ ਮੰਤਰੀ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਆਪਣੇ ਬਾਪ ਨੂੰ ਵੀ ਨਹੀਂ ਬਖਸ਼ੇ। ਜੀ। ਢਿੱਲੋਂ ਸਾਹਿਬ, ਅੱਜ ਦੀਆਂ ਖਬਰਾਂ ਤੇ ਤੁਹਾਡੀ ਟੀਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ ਦਲਵੀਰ ਜੀ। ਸਾਡੇ ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਖਤਮ ਕਰਨ ਦੀ ਦਲਬੀਰ ਬਰਾੜ ਨੂੰ ਦਿਓ ਆਗਿਆ। ਕੱਲ੍ਹ ਫੇਰ ਮਿਲਾਂਗੇ, ਤਦ ਤੱਕ ਲਈ ਸੁਣਦੇ ਰਹੋ ਰੇਡੀਓ ਪੰਜਾਬ ਟੂਡੇ ਦੇ ਪ੍ਰਸਾਰਣ। ਬਹੁਤ ਬਹੁਤ ਧੰਨਵਾਦ।